श्री वाहिगुरु जी। गुरु नानक पद पंकज बंदन पद सिमरो अंगद दुख निकंद अमरदास गुर हृदय नित श्री गुरु रामदास गुण गा गुर अर्जन विघ्नन के नासक विघ्नन के हर गोबिंद शुभ सुमत पर का श्री हर राय नमो कर जोरी नमो कर श्री हर कृष्ण मनाए बहो तेग बहादुर परम कृपाला जी परम कृपा श्री गुरु गोबिंद सिंह विसाला तरुतरा पर पुन पुन सीसा जी पुन पुन सीसा बंदों बार बार जगदीसा एक अंकारा सतगुरु तेह प्रसाद सच होए। वाहिगुरु जी की फतेह है विघ्न विनाशन सोए। जिस मह अमृत ज्ञान है माणक भगत वैराग गुरु ग्रंथ साहिब उधद बंदों कर अनुराग गुरु ग्रंथ साहिब उधद बंदों कर अनुराग। सतनाम श्री वाहिगुरु साहिब जीओ। दोहरा जब श्री अर्जन चलन को कयो सबन के माहा दासी दास समूह जे हरखत कीन उमाहा। वाहिगुरु जी का खालसा वाहिगुरु जी की फतेह। नारायण नरपत नमस्कार। ऐसे गुरु को बल बल जाइए आप मुक्त मोहितार। जुग हो जुग अटल चवर छतर तख्त के मालिक सतगुरु धन धन श्री गुरु ग्रंथ साहिब जी महाराज सतगुरां दी पावन पवित्र हजूरी अंदर नौवें पातशाह धन श्री गुरु तेग बहादुर साहिब जी महाराज जी दे पावन पवित्र सुंदर दरबार की हाजरी भर रही गुरु स्वरूप गुरु खालसा साध संगत जी बाबाणियां कहानियां पुत सपुत करेन। जे सतगुर भावै सो मन लैन सही कर्म करेन। लड़ीवार गुरु का इतिहास प्रेम भावना नाल नितां प्रत सरवण करते हो।
ਕੱਲ ਦੇ ਪ੍ਰਕਰਨਾਂ ਵਿੱਚ ਆਪ ਜੀ ਨੇ ਕਥਾ ਸਰਵਣ ਕੀਤੀ ਸੀ। ਮਾਤਾ ਗੰਗਾ ਜੀ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਾਪਸ ਜਾਣ ਲਈ ਬੇਨਤੀ ਕੀਤੀ। ਗਰੀਬ ਨਵਾਜ ਸੱਚੇ ਪਾਤਸ਼ਾਹ ਇੱਥੇ ਵਡਾਲੀ ਦੇ ਵਿੱਚ ਕਈ ਘਟਨਾਵਾਂ ਹੋਈਆਂ, ਤਾਂ ਕਿਰਪਾ ਕਰੋ ਆਪ ਜੀ ਵਾਪਸ ਚੱਲੋ। ਸਾਹਿਬ ਨੇ ਬਚਨ ਕੀਤਾ ਵੀ ਕੁਝ ਕੁ ਦਿਨ ਠਹਿਰ ਜਾਓ, ਫਿਰ ਸ੍ਰੀ ਅੰਮ੍ਰਿਤਸਰ ਸਾਹਿਬ ਚੱਲਾਂਗੇ। ਇੱਕ ਰਾਤ ਸਮੂਹ ਦੇਵਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਪਰਸਣ ਵਾਸਤੇ ਆਏ। ਸਤਿਗੁਰੂ ਆਰਾਮ ਕਰ ਰਹੇ ਨੇ, ਮਾਤਾ ਗੰਗਾ ਜੀ ਆਰਾਮ ਕਰ ਰਹੇ ਨੇ। ਗੁਰੂ ਸਾਹਿਬ ਦੇ ਚਰਨਾਂ ਦਾ ਪੂਜਨ ਕੀਤਾ, ਉਸਤਤ ਕੀਤੀ, ਬੇਨਤੀਆਂ ਕੀਤੀਆਂ। ਹਰ ਜਦੋਂ ਵਾਪਸ ਜਾਣ ਲੱਗੇ ਮਾਤਾ ਗੰਗਾ ਜੀ ਦੀ ਜਾਗ ਖੁੱਲੀ। ਉਹਨਾਂ ਨੇ ਵੇਖਿਆ ਵੀ ਕੋਈ ਵਾਪਸ ਜਾ ਰਹੇ ਆ। ਮਨ ਵਿੱਚ ਭੈ ਪੈਦਾ ਹੋਇਆ ਵੀ ਕਿਤੇ ਚੋਰ ਤਾਂ ਨਹੀਂ, ਕਿਤੇ ਮੇਰੇ ਪੁੱਤਰ ਨੂੰ ਲੈਣ ਵਾਸਤੇ ਆਏ ਹੋਵਣ। ਸਾਰੀ ਰਾਤ ਮਾਤਾ ਜੀ ਨੇ ਜਾਗ ਕੇ ਕੱਟੀ। ਦਾਸੀਆਂ ਨੂੰ ਆਖਿਆ ਵੇਖੋ ਕੌਣ ਆਇਆ। ਉਹਨਾਂ ਨੇ ਜਦੋਂ ਭਾਲ ਕੀਤੀ ਕਹਿੰਦੇ ਮਾਤਾ ਜੀ ਇੱਥੇ ਤਾਂ ਕੋਈ ਵੀ ਨਹੀਂ। ਸਵੇਰ ਹੁੰਦਿਆਂ ਗੁਰਦੇਵ ਦੇ ਚਰਨਾਂ ਵਿੱਚ ਫਿਰ ਮਾਤਾ ਜੀ ਨੇ ਅਰਜ਼ ਕੀਤੀ, ਮਹਾਰਾਜ ਰਾਤ ਕੋਈ ਆਇਆ ਸੀ, ਜੈਸੇ ਲੱਗਿਆ ਚੋਰ ਹੋਵਣ। ਔਰ ਮੇਰੇ ਮਨ ਵਿੱਚ ਇਸ ਗੱਲ ਦਾ ਭੈ ਹੈ ਕਿ ਤੇ ਮੇਰੇ ਪੁੱਤਰ ਨੂੰ ਨਾ ਲੈ ਕੇ ਚਲੇ ਜਾਣ। ਕਿਰਪਾ ਕਰੋ ਆਪਣੀ ਨਗਰੀ ਵਾਪਸ ਚੱਲੀਏ। ਮਾਤਾ ਜੀ ਦੀ ਬੇਨਤੀ ਸੁਣ ਕੇ ਗੁਰੂ ਅਰਜਨ ਦੇਵ ਸਾਹਿਬ ਗਰੀਬ ਨਵਾਜ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਕੀ ਨਗਰੀ ਜਾਣ ਦਾ ਫੈਸਲਾ ਕੀਤਾ। ਉਹ ਅਗਲੇ ਪ੍ਰਕਰਣ ਸਰਵਣ ਕਰੀਏ। ਮਨ ਬਿਰਤੀਆਂ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਪਾਸ ਜੋੜਨ ਵਾਸਤੇ, ਜੀਵਨ ਔਰ ਰਸਨਾ ਦੇ ਕਲਿਆਣ ਵਾਸਤੇ ਸਰਬੱਤ ਸੰਗਤਾਂ ਪ੍ਰੇਮ ਨਾਲ ਜਪੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ जब श्री अर्जन चलन को कयो सबन के माहा। गुरु अर्जन देव जी महाराज सच्चे पातशाह ने जदों सारी संगत दे विच हुक्म कीता कि श्री अंम੍ਰਿਤਸਰ ਸਾਹਿਬ ਨੂੰ ਹੁਣ ਚਾਲੇ ਪਾਵਾਂਗੇ, ਇਹ ਖਬਰ ਸੁਣ ਕੇ ਸਭਨਾ ਦੇ ਮਨ ਦੇ ਅੰਦਰ ਭਾਰੀ ਪ੍ਰਸੰਨਤਾ ਪੈਦਾ ਹੋਈ ਹੈ। दासी दास समूह जी हरकत कीन उमा। ਸਤਿਗੁਰਾਂ ਦੇ ਜਿਤਨੇ ਦਾਸ ਹਰ ਦਾਸੀਆਂ ਸਭ ਨੇ ਆਪਣੇ ਹਿਰਦੇ ਵਿੱਚ ਭਾਰੀ ਖੁਸ਼ੀ ਕੀਤੀ ਹੈ, ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਕੀਤਾ ਹੈ। कबित चारु असवारी करी सारी तब त्यारी तह। ਸੁੰਦਰ ਸਵਾਰੀਆਂ ਜਿਹੜੀਆਂ ਨੇ ਉਹਨਾਂ ਦੀ ਤਿਆਰੀ ਕਰ ਲਈ ਗਈ ਹੈ। हीर नर नारी को उचाह पयो मन में। ਵੇਖ ਵੇਖ ਕੇ ਪੁਰਸ਼ਾਂ ਇਸਤਰੀਆਂ ਸਾਰਿਆਂ ਦੇ ਮਨ ਦੇ ਵਿੱਚ ਬੜਾ ਭਾਰੀ ਉਤਸ਼ਾਹ ਪੈਦਾ ਹੋਣ ਲੱਗਾ। ਸਿਯੰਦਨ ਬਹਿਲ ਅਰ ਸਕਟੇ ਸਮਾਜ ਪਰੀ। ਇਸੇ ਤਰ੍ਹਾਂ ਰੱਥ ਬੈਲਾਂ ਗੱਡੇ ਸਾਰਿਆਂ ਨੂੰ ਸਮਾਨ ਦੇ ਨਾਲ ਭਰ ਲਿਆ। ਜਿੰਨੀਆਂ ਵੀ ਲੋੜੀਂਦੀਆਂ ਵਸਤੂਆਂ ਸਾਨੂੰ ਗੱਡਿਆਂ ਤੇ ਰਥਾਂ ਤੇ ਲੱਦ ਲਈਆਂ। ਦਾਸ ਕਰੇ ਕਾਰਜ ਕੋ ਲਾਦੀਆਨ ਤਿੰਨ ਮੈਂ। ਜਿੰਨੇ ਵੀ ਸੇਵਕ ਸਨ ਉਹਨਾਂ ਨੇ ਸਾਰਾ ਕਾਰਜ ਕੀਤਾ, ਸਾਰਾ ਸਾਜੋ ਸਮਾਨ ਰਾਜ ਸਾਜ ਲਿਆ ਕਰਕੇ ਗੱਡਿਆਂ ਆਦਿਕ ਤੇ ਲੱਦ ਲਿਆ। ਵੱਡੋ ਬਰ ਟੋਏ ਥਾਰ ਦੀਰਘ ਕਰਾਹੇ ਲੀਨ। ਲੰਗਰ ਤਿਆਰ ਕਰਨ ਵਾਲੇ ਵੱਡੇ ਵੱਡੇ ਵਲਟੋਏ ਸਨ,
ਸੰਗਤਾਂ ਦੇ ਲੰਗਰ ਛਕਣ ਵਾਸਤੇ ਥਾਲ ਆਦਿਕ ਸਨ। और सब बासन संभारे तिस छिन्न में। ਇਸ ਤੋਂ ਇਲਾਵਾ ਹੋਰ ਜਿੰਨੇ ਵੀ ਬਰਤਨ ਆਦਿਕ ਉਸ ਛਿਨ ਸੰਭਾਲ ਲਏ ਗਏ। बसन के पार पूर तरे कार पूरन को। ਇਸੇ ਪ੍ਰਕਾਰ ਵਸਤਰਾਂ ਦੇ ਜਿਹੜੇ ਭਾਰ ਸਨ ਉਹਨਾਂ ਦੀਆਂ ਪੰਡਾਂ ਬੰਨ ਬੰਨ ਕੇ ਸੰਭਾਲ ਲਈਆਂ। ਬ੍ਰਿਖਬ ਕੋ ਜੋਰ ਕੀਨ ਤੂਰਨ ਗਮਨ ਮੈਂ। ਜਿਹੜੇ ਬਲਦ ਆਦਿਕ ਸਨ, ਬੈਲ ਆਦਿਕ ਸਨ, ਗੱਡਿਆਂ ਦੇ ਨਾਲ ਜੋੜ ਕਰਕੇ ਉਹਨਾਂ ਨੂੰ ਛੇਤੀ ਨਾਲ ਤੋਰ ਲਿਆ। ਸੁੰਦਰ ਸੁਰੰਗ ਸਜਿਓ ਸੰਦਨ ਪੈਜ਼ਰੀਦਾਰ। ਜਿਹੜੇ ਸੋਹਣੇ ਰਥ ਹਨ ਸਾਧ ਸੰਗਤ ਸ੍ਰੇਸ਼ਟ ਰੰਗਾਂ ਦੇ ਨਾਲ ਉਹ ਸਜਾਏ ਗਏ। ਉਹਨਾਂ ਦੇ ਉੱਪਰ ਜਰੀ ਲੱਗੀ ਹੋਈ ਹੈ। ਭਾਂਤ ਭਾਂਤ ਦੇ ਸੁੰਦਰ ਬਸਤਰ ਆਦਿਕ ਉਹਨਾਂ ਤੇ ਵਿਛਾਏ ਗਏ। ਊਰਦ ਉਤੰਗ ਦ્વੈ ਕਲਸ ਚਾਮੀ ਕਰਕੇ। ਤੇ ਉੱਚੇ ਸੋਨੇ ਦੇ ਦੋ ਬਣੇ ਹੋਏ ਸੋਹਣੇ ਜਿਹੜੇ ਕਲਸ ਹਨ ਇਹਨਾਂ ਰਥਾਂ ਦੇ ਉੱਪਰ ਸ਼ੋਭਾ ਪਾ ਰਹੇ ਹਨ। ਚੰਚਲ ਤੋਰੰਗ ਬਲ ਸੰਗ ਪਰੇ ਅੰਗ ਜਿਨ। ਬੜੇ ਸੁੰਦਰ ਘੋੜੇ ਜਿਨ੍ਹਾਂ ਦਾ ਸਰੀਰ ਬਲ ਦੇ ਨਾਲ ਤਾਕਤ ਨਾਲ ਭਰਿਆ ਚੰਚਲ ਹਨ। ਇਤਨੀ ਤੇਜ਼ੀ ਨਾਲ ਚੱਲਦੇ ਨੇ ਕਿ ਵਾਯੂ ਨੂੰ ਹਵਾ ਨੂੰ ਵੀ ਪਿੱਛੇ ਤਿਆਗ ਜਾਂਦੇ ਹਨ। ਘੁੰਗਰੂ ਕਮਕਤ ਸਜਾਏ ਵਿੱਚ ਗਰ ਕੇ। ਗਲਾਂ ਦੇ ਵਿੱਚ ਘੁੰਗਰੂ ਸਜਾਏ ਗਏ। ਜਦੋਂ ਚੱਲਦੇ ਨੇ ਤੇ ਉਹਨਾਂ ਦੇ ਖੜਕਣ ਦੀ ਆਵਾਜ਼ ਆਉਂਦੀ ਹੈ। ਜੂਲੇ ਸਾਥ ਜੋਰ ਕਰ ਹੀਰੇ ਕਛੂ ਤੋਰ ਕਰ। ਜੂਲੇ ਨਾਲ ਜੋੜ ਕਰਕੇ ਵੇਖਿਆ ਬੈਲ ਆਦਿਕ ਜਿਹੜੇ ਨੇ, ਘੋੜੇ ਆਦਿਕ ਨੇ ਜਿਹੜੇ ਰਥਾਂ ਨਾਲ ਗੱਡਿਆਂ ਨਾਲ ਜੋੜੇ। ਜੂਲਾ ਕਹਿੰਦੇ ਵੀ ਜਿਹੜਾ ਗੱਡਾ ਹੁੰਦਾ ਉਹਦੇ ਮੂਹਰੇ ਇੱਕ ਡੰਡਾ ਹੁੰਦਾ ਜਿਹਦੇ ਨਾਲ ਬੈਲ ਜੋੜਦੇ ਨੇ। ਇਸੇ ਤਰ੍ਹਾਂ ਹੀ ਰਥ ਹੁੰਦਾ, ਰਥ ਦੇ ਮੂਹਰੇ ਵੀ ਜੂਲ ਹੁੰਦਾ ਹੈ, ਉਹਦੇ ਨਾਲ ਘੋੜੇ ਆਦਿਕ ਜੋੜੇ ਜਾਂਦੇ ਨੇ। ਇਸ ਤਰ੍ਹਾਂ ਘੋੜੇ ਰਥਾਂ ਦੇ ਨਾਲ ਤੇ ਬਲਦ ਆਦਿਕ ਜਿਹੜੇ ਸਾਨੂੰ ਗੱਡਿਆਂ ਨਾਲ ਜੋੜ ਕੇ ਵੇਖੇ ਹਨ। ਫੇਰੇ ਪੁੰਨ ਮੋਰ ਕਰ ਖਰੀਦਾਰ ਘਰ ਕੇ। ਇਸੇ ਤਰ੍ਹਾਂ ਰਥਾਂ ਨੂੰ ਘੋੜਿਆਂ ਨਾਲ ਤੋਰਿਆ, ਗੱਡਿਆਂ ਨੂੰ ਬੈਲਾਂ ਨਾਲ ਤੋਰ ਕੇ ਕੁਝ ਦੂਰ ਤੱਕ ਲੈ ਕੇ ਗਏ। ਫਿਰ ਉਹਨਾਂ ਨੂੰ ਮੋੜ ਕੇ ਲਿਆ ਕੇ ਘਰ ਦੇ ਮੂਹਰੇ ਦਰ ਦੇ ਅੱਗੇ ਖਿਲਾਰ ਦਿੱਤਾ। ਸ਼੍ਰੀ ਹਰ ਗੋਬਿੰਦ ਨੰਦ ਲਿਕਰ ਉਚੰਗ ਗੰਗ। ਮਾਤਾ ਗੰਗਾ ਜੀ ਆਪਣੇ ਸੁਪੁੱਤਰ ਮੀਰੀ ਪੀਰੀ ਦੇ ਮਾਲਕ ਬਲਕਾਰੀ ਯੋਧਾ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਬੜੇ ਉਤਸ਼ਾਹ ਨਾਲ ਆਪਣੀ ਗੋਦ ਵਿੱਚ ਲੈ ਕੇ ਆਨੰਦ ਬਿਲੰਦ ਕਰ ਬੈਠੀ ਵਿੱਚ ਬਾਰ ਕੇ। ਸਿਰ ਦੇ ਵਿੱਚ ਭਾਰੀ ਆਨੰਦ ਧਾਰਨ ਕਰਕੇ ਮਾਤਾ ਜੀ ਰਥ ਦੇ ਵਿੱਚ ਆ ਕੇ ਸਵਾਰ ਹੋਏ। ਪਾਲਕੀ ਅਰੂੜ ਪਏ ਗੁਰੂ ਗੁਣ ਗੂੜ ਮਹਾ। ਜਿਸ ਸਤਿਗੁਰਾਂ ਦੇ ਗੁਣ ਬੜੇ ਗੂੜੇ ਹਨ, ਗੁਣਾਂ ਦੇ ਸਾਗਰ, ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਸ਼ਾਂਤੀ ਦੇ ਪੁੰਜ, ਦਇਆ ਦੇ ਸਾਗਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਗੁਰ ਅਰਜਨ ਪ੍ਰਤੱਖ ਹਰ। ਜਦੋਂ ਬਚਨ ਆਉਂਦਾ ਨਾ ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਕਹਿੰਦੇ ਜਦੋਂ ਗੁਰੂ ਕੀ ਨਗਰੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਹੋਈ ਤੇ ਅਕਾਲ ਪੁਰਖ ਆਪ ਆਇਆ ਸੇਵਾ ਕਰਨ ਵਾਸਤੇ। ਕਿਸੇ ਸਵਾਲ ਕੀਤਾ ਵੀ ਉਥੇ ਨਿਰੰਕਾਰ ਆਇਆ ਸੀ, ਕੋਈ ਦੂਜਾ ਰੱਬ ਸੀ ਜਿਹੜਾ ਉਥੇ ਸੇਵਾ ਕਰਨ ਆਇਆ? ਕਹਿੰਦੇ ਭੱਟ ਤਾਂ ਕਹਿੰਦੇ ਗੁਰ ਅਰਜਨ ਪ੍ਰਤੱਖ ਹਰ। ਉਥੇ ਤਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਪ੍ਰਤੱਖ ਹਰੀ ਦਾ ਰੂਪ ਬੈਠੇ ਸਨ। ਮਾਨੋ ਵੀ ਉਹ ਸਾਰੀ ਸੇਵਾ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਆਪ ਕਰਵਾਈ, ਤਾਂ ਕਰਵਾਈ ਵੀ ਹੈ। ਤੀਜੇ ਜਾਮੇ ਵਿੱਚ ਆਗਿਆ ਦੇ ਕੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਭੇਜਿਆ। ਚੌਥੇ ਜਾਮੇ ਵਿੱਚ ਸਰੋਵਰ ਦੀ ਸੇਵਾ ਕੀਤੀ। ਪੰਜਵੇਂ ਜਾਮੇ ਵਿੱਚ ਸਰੋਵਰ ਤੇ ਹਰਿਮੰਦਰ ਸਾਹਿਬ ਦੀ ਸੇਵਾ ਕੀਤੀ। ਇਹ ਜਿੰਨਾ ਵੀ ਕਾਰਜ ਹੈ ਨਾ, ਇਹ ਸਾਰਾ ਕਾਰਜ ਉਸ ਪਰਮੇਸ਼ਰ ਨੇ ਗੁਰੂ ਅਰਜਨ ਦੇਵ ਸਾਹਿਬ ਦੇ ਰੂਪ ਦੇ ਵਿੱਚ ਆਪ ਕੀਤਾ। ਟੋਕਰੀ ਵੀ ਆਪੇ ਢੋਈ ਤੇ ਆਪੇ ਹੀ ਆ ਕਰਕੇ ਸੇਵਾ ਕਰਕੇ ਕਹਿੰਦੇ ਜਿਸ ਕਾ ਕਾਰਜ ਤਿਨਹੀ ਕੀਆ ਮਾਨਸ ਕਿਆ ਵਿਚਾਰਾ ਰਾਮ। ਜਿਹਦਾ ਕਾਰਜ ਸੀ ਉਹਨੇ ਕਰ ਦਿੱਤਾ, ਬੰਦਾ ਤਾਂ ਨਹੀਂ ਨਾ ਕਰ ਸਕਦਾ, ਕਿਉਂਕਿ ਕਾਰਜ ਹੀ ਬੜਾ ਮਹਾਨ ਹੈ। ਤੇ ਮਹਾਨ ਕਾਰਜ ਨੂੰ ਕਰਨ ਵਾਸਤੇ ਮਹਾਨ ਹਸਤੀਆਂ ਹੀ ਹੁੰਦੀਆਂ ਨੇ। ਜਿਹੜਾ ਕਾਰਜ ਮਹਾਨ ਹੋਵੇ, ਜਿਤਨਾ ਵੱਡਾ ਹੋਵੇ, ਉਹਨੂੰ ਕਰਨ ਵਾਸਤੇ ਉਤਨੇ ਵੱਡੇ ਉਨੀ ਵੱਡੀ ਹਸਤੀ ਤੇ ਸ਼ਖਸੀਅਤ ਦੀ ਲੋੜ ਹੁੰਦੀ ਹੈ। ਸੱਚਖੰਡ ਸਿੱਖੀ ਦਾ ਧੁਰਾ ਹੈ।
ਜਿੱਥੇ ਆ ਕਰਕੇ ਮਨੁੱਖ ਨੂੰ ਆਤਮਿਕ ਜੀਵਨ ਦੀ ਅੰਮ੍ਰਿਤ ਦੀ ਪ੍ਰਾਪਤੀ ਹੁੰਦੀ ਹੈ, ਜਿਹਦੇ ਲਈ ਸਦਾ ਲਈ ਜੀਵਤ ਤੇ ਸੁਰਜੀਤ ਹੋ ਜਾਈਦਾ ਹੈ। ਜਿੱਥੇ ਮੁਰਦਿਆਂ ਨੂੰ ਵੀ ਜੀਵਨ ਪ੍ਰਾਪਤ ਹੁੰਦਾ ਹੈ, ਮੁਰਝਾਏ ਮਨ ਖਿੜ ਜਾਂਦੇ ਹਨ। ਐਸਾ ਸਤਿਗੁਰ ਜੀ ਦਾ ਪਾਵਨ ਪਵਿੱਤਰ ਸਥਾਨ, ਜਿਹਦੀ ਸੇਵਾ ਹੱਥੀਂ ਪਰਮੇਸ਼ਰ ਨੇ ਆਪ ਕੀਤੀ। ਤਾਂ ਸਵਾਲ ਕਹਿੰਦੇ ਜੀ ਕਿਹਨੇ ਕੀਤੀ ਸੇਵਾ? ਕਹਿੰਦੇ ਪਰਮੇਸ਼ਰ ਨੇ। ਕਿਹੜਾ ਪਰਮੇਸ਼ਰ? ਕਹਿੰਦੇ ਗੁਰੂ ਅਰਜਨ ਦੇਵ ਜੀ ਮਹਾਰਾਜ। ਕਿਉਂਕਿ ਗੁਰ ਅਰਜਨ ਪ੍ਰਤੱਖ ਹਰ, ਪ੍ਰਤੱਖ ਹਰੀ ਤਾਂ ਗੁਰੂ ਅਰਜਨ ਦੇਵ ਸਾਹਿਬ ਦੇ ਰੂਪ ਵਿੱਚ ਉਥੇ ਬਿਰਾਜੇ ਸਨ। ਆਪੇ ਹੀ ਆਪਣਾ ਕਾਰਜ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ। ਐਸੇ ਗਰੀਬ ਨਵਾਜ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਪਾਲਕੀ ਦੇ ਵਿੱਚ ਸਵਾਰ ਹੋਏ ਹਨ। ਪੰਥ ਪ੍ਰਸਥਾਨੇ ਹਰ ਖਾਨੇਪੁਰ ਜਾਨ ਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਨਗਰੀ ਜਾਣ ਵਾਸਤੇ ਮਾਰਗ ਦੇ ਵਿੱਚ ਚੱਲ ਪਏ ਤੇ ਮਨ ਹੀ ਮਨ ਬੜੇ ਪ੍ਰਸੰਨ ਖੁਸ਼ ਹੁੰਦੇ ਹਨ। ਨੰਦ ਮੁਖ ਚੰਦ ਦੇਖ ਗਮ ਨੇ ਸੋ ਮੰਦ ਮੰਦ। ਰਸਤੇ ਦੇ ਵਿੱਚ ਮਾਤਾ ਗੰਗਾ ਜੀ ਆਪਣੇ ਨੰਦ ਪੁੱਤਰ ਗੁਰੂ ਹਰਗੋਬਿੰਦ ਸਾਹਿਬ ਦਾ ਚਿਹਰਾ ਵੇਖਦੇ ਨੇ। ਵੇਖ ਵੇਖ ਕੇ ਮਨ ਬੜਾ ਪ੍ਰਸੰਨ ਹੁੰਦਾ ਹੈ। ਕਵਲ ਜਿਹੜਾ ਨਾ ਜਿਉਂ-ਜਿਉਂ ਸੂਰਜ ਨੂੰ ਵੇਖਦਾ ਤੇ ਖਿੜਦਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੂਰਜ ਰੂਪ ਸਨ ਤੇ ਮਾਂ ਗੰਗਾ ਜਿਉਂ-ਜਿਉਂ ਵਾਰ-ਵਾਰ ਉਸ ਸੂਰਜ ਦੇ ਦਰਸ਼ਨ ਕਰਦੀ ਹਿਰਦਾ ਖਿੜਦਾ ਹੈ, ਮਨ ਪ੍ਰਸੰਨ ਹੁੰਦਾ ਹੈ। ਇਸ ਤਰ੍ਹਾਂ ਮਾਰਗ ਵਿੱਚ ਰਸਤੇ ਵਿੱਚ ਹੌਲੀ ਹੌਲੀ ਜਾਂਦੇ ਹਨ। ਦਾਸੀ ਦਾਸ ਬ੍ਰਿੰਦ ਸਿੱਖ ਸੰਗਤਾਂ ਮਹਾਨ ਕੋ। ਨਾਲ ਅਨੇਕਾਂ ਦਾਸ ਗੁਰੂ ਕੇ ਸਿੱਖ ਸੇਵਕ ਬਹੁਤ ਸਾਰੀਆਂ ਸੰਗਤਾਂ ਦਾਸੀ ਤੇ ਦਾਸ ਨਾਲ ਚੱਲਦੇ ਹਨ। ਰਾਮਦਾਸ ਨਗਰੀ ਮੈਂ ਜਾਏ ਕੇ ਪ੍ਰਵੇਸ਼ ਪਈ। ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਨਗਰੀ ਵਿੱਚ ਜਾ ਕਰ ਪ੍ਰਵੇਸ਼ ਹੋਏ ਹਨ। ਬਾਦਿਤ ਅਸ਼ੇਸ਼ ਬਜਵਾਏ ਹਰ ਖਾਨ ਕੋ। ਨਗਰ ਦੇ ਵਿੱਚ ਜਦੋਂ ਪਹੁੰਚੇ ਤੇ ਨਗਾਰੇ ਵਜਵਾ ਦਿੱਤੇ, ਖੁਸ਼ੀ ਦੇ ਵਾਜੇ ਵਜਵਾ ਦਿੱਤੇ ਹਨ। ਦੁੰਦਪ ਅਲਪ ਸੰਖ ਸ਼ੂਰ ਉਹ ਨਪੀਰ ਗਨ। ਛੋਟੇ ਨਗਾਰੇ ਵੱਜਦੇ ਨੇ, ਸੰਖਾਂ ਦਾ ਸ਼ੋਰ ਪੈਦਾ ਹੁੰਦਾ, ਨਫੀਰੀਆਂ ਵੱਜਦੀਆਂ ਹਨ। ਬਾਜਿਤ ਮਿਰਦੰਗ ਸੁਰ ਬਾਬੀ ਕਰੇ ਗਾਨ ਕੋ। ਫਿਰ ਮਿਰਦੰਗ ਵੱਜਦੇ ਹਨ। ਰਬਾਬੀ ਸਿੱਖ ਪਿਆਰ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਕਰਦੇ ਨੇ। ਰਾਜਸੀ ਠਾਠ ਬਾਠ ਵੀ ਹੈ, ਨਗਾਰੇ ਵੱਜਣੇ, ਤੁਰਦੀਆਂ ਵੱਜਣੀਆਂ, ਨਫੀਰੀਆਂ ਵੱਜਣੀਆਂ। ਇਹ ਇੱਕ ਜਿਉਂਦੇ ਜਾਗਦੇ ਰਾਜ ਦੀ ਨਿਸ਼ਾਨੀ ਹੈ। ਉਸ ਦੇ ਘਰ ਦੇ ਵਿੱਚ ਹੀ ਨਗਾਰਾ ਵੱਜਦਾ ਜਿਹਦਾ ਰਾਜ ਹੋਵੇ। ਜਿਹਦਾ ਰਾਜ ਨਾ ਹੋਵੇ ਉਹਦੇ ਘਰ ਕਦੇ ਨਗਾਰਾ ਨਹੀਂ ਵੱਜਦਾ। ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਨਗਾਰੇ ਵੱਜਦੇ ਰਾਜ ਦੀ ਨਿਸ਼ਾਨੀ ਹੈ। ਔਰ ਇਹ ਰਾਜ ਜਿਹੜਾ ਜੁਗੋ ਜੁਗਾ ਟਲ ਰਹਿਣ ਵਾਲਾ। ਮੇਰੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਾਵਨ ਪਵਿੱਤਰ ਘਰ, ਜਿੱਥੇ ਨਗਾਰੇ ਵੱਜਦੇ, ਸੰਖ ਵੱਜਦੇ ਨੇ, ਤੁਰਦੀਆਂ ਵੱਜਦੀਆਂ, ਨਫੀਰੀਆਂ ਵੱਜਦੀਆਂ, ਕਿਉਂਕਿ ਸਦਾ ਹੀ ਆਨੰਦ ਰਹਿੰਦਾ। ਨਗਾਰਾ ਕਿੱਥੇ ਵੱਜਦਾ? ਰਾਜ ਦੀ ਨਿਸ਼ਾਨੀ ਹੈ। ਵਾਜੇ ਉੱਥੇ ਵੱਜਦੇ ਨੇ ਜਿੱਥੇ ਖੁਸ਼ੀ ਹੋਵੇ। ਗਮੀ ਵਾਲੀ ਥਾਂ ਤੇ ਵਾਜਾ ਨਹੀਂ ਕਦੇ ਵੱਜਦਾ। ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਵਿੱਚ ਨੇਤੀ ਵਾਜੇ ਵੱਜਦੇ ਨੇ, ਕਿਉਂਕਿ ਤੇਰਾ ਘਰ ਆਨੰਦ ਵਧਾਈ ਤੁਧ ਘਰ। ਤੇਰੇ ਘਰ ਵਿੱਚ ਸਦਾ ਆਨੰਦ ਨੇ ਮਹਾਰਾਜ, ਸਦਾ ਵਧਾਈਆਂ ਨੇ ਤੁਹਾਡੇ ਘਰ ਦੇ ਵਿੱਚ। ਦੁੱਖ ਨਾਹੀ ਸਭ ਸੁਖ ਹੀ ਹੈ ਰੇ, ਹਾਰ ਨਹੀਂ ਸਭ ਜਿੱਤੈ। ਦੁੱਖ ਤਾਂ ਹੈ ਹੀ ਨਹੀਂ, ਬਸ ਸੁਖ ਹੀ ਸੁਖ ਹੈ। ਐਸੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਜਦੋਂ ਨਗਰ ਵਿੱਚ ਪਹੁੰਚੇ, ਨਗਾਰੇ ਵੱਜਦੇ, ਨਫੀਰੀਆਂ ਵੱਜਦੀਆਂ ਨੇ, ਮਿਰਦੰਗ ਵੱਜਦੇ ਤੇ ਰਬਾਬੀ ਸਿੱਖ ਬੜੇ ਪਿਆਰ ਦੇ ਨਾਲ ਸਤਿਗੁਰਾਂ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦਾ ਕੀਰਤਨ ਗਾਇਨ ਕਰਦੇ ਹਨ। ਰਾਏ 3 ਸੰਮਤ ਵਡਾਲੀ ਗੁਰੂ ਮਹਾਰਾਜ। ਸਤਿਗੁਰੂ ਸੱਚੇ ਪਾਤਸ਼ਾਹ ਜੀ 3 ਸਾਲ ਵਡਾਲੀ ਨਗਰ ਵਿੱਚ ਰਹੇ ਹਨ। ਸਗਰੇ ਸਮਾਜ ਸਾਜ ਪੂਰੀ ਨਿਜ ਆਏ ਗਏ। ਸਤਿਗੁਰੂ ਜੀ ਹੁਣ 3 ਸਾਲਾਂ ਬਾਅਦ ਆਪਣਾ ਸਾਰਾ ਸਾਜੋ ਸਮਾਨ ਲੈ ਕੇ ਆਪਣੇ ਪਰਿਵਾਰ ਸਿੱਖ ਸੰਗਤਾਂ ਦੇ ਸਮੇਤ ਨਗਰੀ ਵਿੱਚ ਵਾਪਸ ਆ ਗਏ ਹਨ। ਲੋਕ ਸਮੁਦਾਇ ਗੁਰ ਆਗਮ ਕੋ ਸੁਨ ਪਾਏ। ਨਗਰ ਨਿਵਾਸੀਆਂ ਨੂੰ ਜਦੋਂ ਪਤਾ ਲੱਗਿਆ ਕਿ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਨਗਰ ਵਿੱਚ ਆਏ ਹਨ, ਭਾਏ ਇੱਕ ਥਾਂ ਸਭ ਹੀ ਕੈ ਮੋਦ ਛਾਏਗੀ। ਸਤਿਗੁਰਾਂ ਦਾ ਆਗਮਨ ਸੁਣ ਕੇ ਸਭ ਦੇ ਮਨ ਦੇ ਅੰਦਰ ਖੁਸ਼ੀ ਪੈਦਾ ਹੋ ਗਈ, ਆਨੰਦ ਪੈਦਾ ਹੋਇਆ।
ਤੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਸੰਗਤ ਇੱਕ ਜਗ੍ਹਾ ਤੇ ਇਕੱਤਰ ਹੋਈ ਹੈ। ਆਏ ਅਗਵਾਏ ਧਾਏ ਮਿਲੇ ਚਿਤ ਚਾਏ ਚਾਏ। ਜਦੋਂ ਪਤਾ ਲੱਗਿਆ ਸਤਿਗੁਰੂ ਆ ਰਹੇ ਨੇ, ਸਾਰੀਆਂ ਸੰਗਤਾਂ ਜੀ ਆਇਆ ਆਖਣ ਵਾਸਤੇ ਤੇ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਚਾਈ ਚਾਈ ਅੱਗੇ ਚੱਲ ਕੇ ਆਏ ਹਨ। ਸ਼ਬਦ ਸੋ ਗਾਏ ਗਾਏ ਪ੍ਰੇਮ ਗਾਏਗੀ। ਹਿਰਦੇ ਦੇ ਵਿੱਚ ਪ੍ਰੇਮ ਦਾ ਉਮਾੜਾ ਪੈਦਾ ਹੁੰਦਾ ਹੈ। ਜਿਉਂ-ਜਿਉਂ ਇੱਕ ਇੱਕ ਕਦਮ ਗੁਰੂ ਵੱਲ ਪੁੱਟਦੇ ਤਿਉਂ-ਤਿਉਂ ਦਰਸ਼ਨਾਂ ਦੀ ਲਾਲਸਾ ਵੱਧਦੀ ਹੈ। ਹਿਰਦੇ ਦਾ ਪ੍ਰੇਮ ਉਛਾਲੇ ਮਾਰਦਾ, ਤਿਉਂ-ਤਿਉਂ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਨੂੰ ਗਾਉਂਦੇ ਨੇ, ਸਤਿਗੁਰਾਂ ਦੀ ਪਵਿੱਤਰ ਬਾਣੀ ਦੇ ਸ਼ਬਦ ਪੜ੍ਹਦੇ ਹਨ। ਭੇਟ ਅਰ ਪਾਏ ਅਰਦਾਸਨ ਸੁਨਾਏ ਕਰ। ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਭਟਾਵਾਂ ਅਰਪਣ ਕਰਦੇ, ਆਪਣੀਆਂ ਅਰਦਾਸਾਂ ਸੁਣਾਉਂਦੇ ਹਨ। ਸੀਸ ਕੋ ਨਿਵਾਏ ਕਰ ਗੁਰੂ ਪਗ ਲਾਏਗੇ। ਬੜੇ ਭਾਵ ਪ੍ਰੇਮ ਦੇ ਨਾਲ ਆਪਣਾ ਸੀਸ ਨਵਾ ਕੇ ਮਹਾਰਾਜ ਦੇ ਚਰਨੀ ਲਾਉਂਦੇ ਹਨ। ਦੀਤੇ ਵਧਾਈ ਪੂਰੀ ਆਪਨੀ ਸੁਹਾਈ। ਸਾਧ ਸੰਗਤ ਪ੍ਰੇਮ ਦੇ ਨਾਲ ਵਧਾਈਆਂ ਦਿੰਦੇ ਨੇ। ਮਹਾਰਾਜ ਇੱਕ ਤਾਂ ਨਗਰੀ ਵਿੱਚ ਆਇਓ ਵਧਾਈ ਹੋਵੇ, ਤੇ ਆਪ ਜੀ ਨੂੰ ਸਾਹਿਬਜ਼ਾਦੇ ਦੀ ਵੀ ਵਧਾਈ ਹੋਵੇ। ਇਸ ਤਰ੍ਹਾਂ ਸੰਗਤ ਪ੍ਰੇਮ ਨਾਲ ਮਹਾਰਾਜ ਨੂੰ ਵਧਾਈਆਂ ਦਿੰਦੇ ਹਨ। ਬਸੋ ਪੁੱਤਰ ਕੇ ਸਮੇਤ ਨਿਤ ਦਰਸ ਕੋ ਦੀਜੀਏ। ਸਤਿਗੁਰੂ ਆਪ ਜੀ ਦੀ ਪਾਵਨ ਨਗਰੀ ਹੈ। ਇਸ ਨਗਰੀ ਵਿੱਚ ਪੁੱਤਰ ਦੇ ਸਮੇਤ ਆਪ ਜੀ ਵਸੋ ਤੇ ਸਾਨੂੰ ਨੇਤੀ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰੋ। ਲਿਕਰ ਸਿਧਾਰੇ ਸੰਗ ਸਦਨ ਸੁਰੰਗ ਜਹਾਂ। ਜਿਸ ਜਗ੍ਹਾ ਤੇ ਮਹਾਰਾਜ ਜੀ ਦੇ ਸੁੰਦਰ ਮਹਿਲ ਹਨ, ਸੰਗਤ ਗੁਰੂ ਸਾਹਿਬ ਜੀ ਨੂੰ ਨਾਲ ਲੈ ਕੇ ਮਹਿਲਾਂ ਨੂੰ ਗਈ ਹੈ। ਹੱਥ ਜੋ ਕਹੇ ਇਹਾਂ ਸੁਖ ਸੋ ਬਸੀਜੀਏ। ਹੱਥ ਜੋੜ ਕੇ ਗੁਰਸਿੱਖਾਂ ਅਰਜ ਕੀਤੀ, ਪਾਤਸ਼ਾਹ ਕਿਰਪਾ ਕਰੋ, ਆਪ ਜੀ ਸੁੱਖਾਂ ਦੇ ਸਹਿਤ ਆਪਣੇ ਮਹਿਲਾਂ ਵਿੱਚ ਵਾਸਾ ਕਰੋ। ਸ਼੍ਰੀ ਹਰਗੋਬਿੰਦ ਨੰਦ ਹਿਰਤ ਉਛੰਗ ਗੰਗ। ਮਾਤਾ ਗੰਗਾ ਜੀ ਆਪਣੀ ਗੋਦ ਵਿੱਚ ਛੇਵੇਂ ਪਾਤਸ਼ਾਹ ਜੀ ਨੂੰ ਵੇਖਦੇ ਨੇ। ਜਿਉਂ-ਜਿਉਂ ਵੇਖਦੇ ਤਿਉਂ-ਤਿਉਂ ਹਿਰਦੇ ਦੇ ਅੰਦਰ ਬੜਾ ਉਤਸ਼ਾਹ ਪੈਦਾ ਹੁੰਦਾ ਹੈ, ਆਨੰਦ ਪੈਦਾ ਹੁੰਦਾ ਹੈ। ਸਿਯੰਦਨ ਤੇ ਉਤਰੀ ਸੋਹ ਨਾਰੀ ਕਹੇ ਜੀਜੀਏ। ਜਦੋਂ ਮਾਤਾ ਜੀ ਆਪਣੇ ਸਿਯੰਦਨ ਰਥ ਤੋਂ ਹੇਠਾਂ ਉਤਰੇ ਤੇ ਸਮੂਹ ਬੀਬੀਆਂ ਕਹਿੰਦੀਆਂ ਜੀਵਤ ਰਹੋ, ਸਾਰੇ ਪ੍ਰੇਮ ਦੇ ਨਾਲ ਅਸੀਸਾਂ ਦਿੰਦੇ ਹਨ। ਸਦਾ ਮੋਦ ਕੀਜੀਏ ਸੋ ਨਗਰੀ ਥਰੀ ਜੀਏ। ਮਾਤਾ ਜੀ ਸਦਾ ਆਪ ਜੀ ਪ੍ਰਸੰਨਤਾ ਦੀ ਪ੍ਰਾਪਤੀ ਕਰੋ, ਇਸ ਪਾਵਨ ਨਗਰੀ ਵਿੱਚ ਆਪਣਾ ਵਾਸਾ ਕਰੋ। ਉਪਾਇਨ ਕੋ ਲੀਜੀਏ ਹਮਾਰੇ ਪੈ ਪ੍ਰਸੀਜੀਏ। ਸਾਡੇ ਪਾਸੋਂ ਆਪ ਜੀ ਭਟਾਵਾਂ ਲੈ ਕੇ ਉਹਨੂੰ ਅੰਗੀਕਾਰ ਕਰੋ, ਸਦਾ ਸਾਡੇ ਉੱਪਰ ਪ੍ਰਸੰਨ ਰਹਿਣਾ ਕਰੋ। ਸਦਨ ਸਮਾਜ ਕੋ ਸੰਭਾਰ ਕੈ ਉਤਾਰ ਕਰ। ਇਸ ਤਰ੍ਹਾਂ ਘਰ ਦਾ ਜਿੰਨਾ ਵੀ ਸਮਾਜ ਸੀ ਗੱਡਿਆਂ ਤੋਂ ਲਾਹ ਕਰਕੇ ਤੇ ਸਾਰਾ ਕੁਝ ਘਰ ਦੇ ਵਿੱਚ ਸੰਭਾਲ ਲਿਆ ਹੈ। ਪਿਤਾ ਕੇ ਸਥਾਨ ਪੁਨ ਗੁਰੂ ਨੇ ਗਮਨ ਕੀਨ। ਉਪਰੰਤ ਗੁਰੂ ਅਰਜਨ ਦੇਵ ਮਹਾਰਾਜ ਜੀ ਆਪਣੇ ਪਿਤਾ ਦੇ ਅਸਥਾਨ ਅਰਥਾਤ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨਾਂ ਵਾਸਤੇ ਗਏ ਹਨ। ਚਰਨ ਨਗਨ ਕਰ ਗੰਗ ਲੈ ਉਛੰਗ ਨੰਦ। ਮਾਤਾ ਗੰਗਾ ਜੀ ਵੀ ਚੱਲ ਪਏ, ਚਰਨਾਂ ਦੇ ਵਿੱਚੋਂ ਜੋੜਾ ਲਾ ਦਿੱਤਾ। ਗੁਰੂ ਅਰਜਨ ਦੇਵ ਸਾਹਿਬ ਜੀ ਦੇ ਨਾਲ ਚੱਲਦੇ ਤੇ ਨਾਲ ਬੜੇ ਭਾਉ ਨਾਲ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਲਿਆ ਹੈ। ਗਮਨੀ ਹੈ ਸੰਗ ਬਹੁ ਉਤਮ ਪ੍ਰਸਾਦ ਲੀਨ। ਅਨੇਕਾਂ ਪ੍ਰਕਾਰਾਂ ਦੇ ਉੱਤਮ ਪ੍ਰਸਾਦ ਲੈ ਕਰਕੇ ਮਾਤਾ ਜੀ ਸੱਚਖੰਡ ਨੂੰ ਗਏ ਹਨ। ਗਏ ਤਬ ਹਾਥ ਬੰਦ ਬੰਦ ਨ ਕਰੀ ਹੈ ਤਾਹਾਂ। ਦਰਬਾਰ ਸਾਹਿਬ ਪਹੁੰਚ ਕਰਕੇ ਪ੍ਰੇਮ ਨਾਲ ਦੋਨੇ ਹੱਥ ਬੰਨ ਕੇ ਬੰਦਨਾ ਕੀਤੀ, ਨਮਸਕਾਰ ਕੀਤੀ ਹੈ। ਅਰਜ਼ ਗੁਜ਼ਾਰ ਕੈ ਪ੍ਰਸਾਦ ਕੋ ਵਰਤਾਏ ਦੀਨ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਅਰਜ ਗੁਜ਼ਾਰੀ, ਅਰਦਾਸ ਕੀਤੀ, ਉਪਰੰਤ ਪ੍ਰਸਾਦ ਸਾਰੀ ਸੰਗਤ ਵਿੱਚ ਵਰਤਾ ਦਿੱਤਾ ਹੈ। ਫੇਰੇ ਹੈ ਪ੍ਰਕਰਮਾ ਤੀਨ ਅਧਿਕ ਅਧੀਨ ਹੋਏ। ਬਹੁਤੇ ਅਧੀਨ ਹੋ ਕੇ ਨਿਮਰਤਾ ਵਿੱਚ ਆ ਕੇ ਪ੍ਰੇਮ ਦੇ ਵਿੱਚ ਆ ਕਰਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀਆਂ 3 ਪ੍ਰਕਰਮਾਂ ਮਹਾਰਾਜ ਨੇ ਕੀਤੀਆਂ ਹਨ। ਕੁਛਕ ਅਸੀਨ ਪੁਨ ਬੰਦਿਤ ਸੋ ਮਨ ਦੀਨ। ਕੁਝ ਸਮਾਂ ਸਤਿਗੁਰੂ ਜੀ ਦੇ ਦਰਬਾਰ ਦੇ ਵਿੱਚ ਬੈਠ ਕਰਕੇ
ਫਿਰ ਬੜੇ ਭਾਉ ਪ੍ਰੇਮ ਨਾਲ ਮਨ ਕਰਕੇ ਆਪਣਾ ਚਿੱਤ ਗੁਰੂ ਕੇ ਸ਼ਬਦ ਚ ਜੋੜਿਆ ਹੈ। ਤੈਸੀ ਬਿਦ ਗੰਗ ਸੁਤ ਸੰਗ ਲੈ ਕਰਤ ਪਈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਾਅਦ ਜੈਸੀ ਵਿਧੀ ਗੁਰੂ ਅਰਜਨ ਦੇਵ ਸਾਹਿਬ ਨੇ ਕੀਤੀ, ਮਾਤਾ ਗੰਗਾ ਜੀ ਨੇ ਵੀ ਉਸੇ ਪ੍ਰਕਾਰ ਕੀਤਾ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਆਪਣੇ ਨਾਲ ਲੈ ਕਰਕੇ ਪੂਜ ਗੁਰੂ ਥਾਨ ਕੋ ਸਦਨ ਪੁਨ ਆਏ ਕੈ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸਥਾਨ ਦੀ ਪੂਜਾ ਕਰਕੇ ਵਾਪਸ ਆਪਣੇ ਗ੍ਰਹਿ ਨੂੰ ਆ ਗਏ ਹਨ। ਜਗਤ ਮੇਰ ਜਾਦ ਹਿਤ ਬੋਰੋ ਵਿਚਾਰਿਓ ਉਰ। ਜਗਤ ਦੀ ਮਰਜ਼ਾਦਾ ਰੱਖਣ ਵਾਸਤੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਪਣੇ ਹਿਰਦੇ ਵਿੱਚ ਵਿਚਾਰ ਕੀਤੀ ਹੈ। ਜੇਠੋ ਐਸੋ ਹੋਦਰ ਸਮੀਪ ਮਿਲ ਜਾਏ ਕਿ ਕੈ। ਸਾਡਾ ਜਿਹੜਾ ਵੱਡਾ ਭਰਾ ਬਾਬਾ ਪ੍ਰਿਥੀ ਚੰਦ, ਉਹਨੂੰ ਚੱਲ ਕੇ ਅਸੀਂ ਮਿਲਦੇ ਹਾਂ। ਮధుਰ ਪ੍ਰਸਾਦ ਲੀਨ ਰਿਦੇ ਅਹਲਾਦ ਹਿਤ। ਹਿਰਦੇ ਦੇ ਵਿੱਚ ਪ੍ਰਸੰਨਤਾ ਧਾਰਨ ਕਰਕੇ ਮਿਸ਼ਟਾਨ ਪਦਾਰਥ ਸਤਿਗੁਰੂ ਜੀ ਨੇ ਲੈ ਲਿਆ ਹੈ। ਗੋਪਬਾਦ ਠਾਨੇ ਨਹਿ ਐਸੋ ਚਿਤ ਲਿਆਏ ਕੈ। ਮਹਾਰਾਜ ਆਪਣੇ ਚਿੱਤ ਦੇ ਵਿੱਚ ਇਸ ਤਰ੍ਹਾਂ ਵਿਚਾਰ ਕਰਦੇ ਨੇ ਵੀ ਕਿਤੇ ਗੁੱਝੇ ਝਗੜੇ ਨਾ ਕਰੇ, ਵੀ ਚਲੋ ਚੱਲ ਕੇ ਮਿਲਦੇ ਆਂ, ਵੀ ਇੱਕ ਸਾਡਾ ਵੱਡਾ ਭਰਾ, ਉਹਦਾ ਸਨਮਾਨ ਕਰਨਾ ਬਣਦਾ ਹੈ। ਚੱਲੇ ਹਰ ਖਾਏ ਕੈਸੋ ਦਾਸ ਸਮੁਦਾਇ ਕੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਬਹੁਤ ਸਾਰੇ ਸੇਵਕ ਚੱਲ ਪਏ। ਇਸ ਤਰ੍ਹਾਂ ਦਾਸਾਂ ਸਣੇ ਪ੍ਰਸੰਨ ਹੋ ਕੇ ਮਹਾਰਾਜ ਬਾਬੇ ਪ੍ਰਿਥੀ ਚੰਦ ਨੂੰ ਮਿਲਣ ਗਏ ਹਨ। ਉਪਾਇਨ ਉਠਾਏ ਕੇ ਜਿਠਾਈ ਤਾਂ ਰਖਾਏ ਕੈ। ਬਹੁਤ ਸਾਰੀਆਂ ਭਟਾਵਾਂ ਨਾਲ ਲੈ ਲਈਆ। ਆਪਣੇ ਭਰਾ ਦਾ ਵੱਡਾਪਣ ਰੱਖਣ ਵਾਸਤੇ ਮਹਾਰਾਜ ਜੀ ਗਏ ਹਨ। ਪ੍ਰਿਥੀ ਕੇ ਪਾਸ ਜਾਏ ਬੰਧਨ ਕਰੀ ਹੈ ਪਾਏ। ਪ੍ਰਿਥੀ ਚੰਦ ਦੇ ਕੋਲ ਜਾ ਕਰਕੇ ਉਹਦੇ ਪੈਰਾਂ ਤੇ ਨਮਸਕਾਰ ਕੀਤੀ ਹੈ। ਆਇਸ ਕੋ ਪਾਏ ਬੈਠੇ ਰਾਖ ਹੈ ਜਿਠਾਈ ਕੋ। ਭਰਾਤਾ ਦੀ ਆਗਿਆ ਪ੍ਰਾਪਤ ਕਰਕੇ ਉਹਨਾਂ ਦਾ ਵੱਡਾਪਣ ਰੱਖਦਿਆਂ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਪਾਸ ਬਹਿ ਗਏ ਹਨ। ਗੰਗਾ ਮ੍ਰਿਦ ਬਾਨੀ ਬੋਲ ਮਿਲੀ ਹੈ ਜਿਠਾਣੀ ਸਾਥ। ਮਾਤਾ ਗੰਗਾ ਜੀ ਕੋਮਲ ਮਿੱਠੇ ਬਚਨ ਬੋਲ ਕਰਕੇ ਆਪਣੀ ਜਠਾਣੀ ਬੀਬੀ ਕਰਮੋਂ ਨੂੰ ਮਿਲੇ ਹਨ। ਟੇਕਿਓ ਮੱਥ ਨੰਦ ਕੋ ਲਗਾਏ ਤਿਸ ਪਾਈ ਕੇ। ਆਪ ਨਮਸਕਾਰ ਕੀਤੀ, ਫਿਰ ਆਪਣੇ ਪੁੱਤਰ ਨੂੰ ਬੀਬੀ ਕਰਮੋਂ ਦੇ ਚਰਨਾਂ ਦੇ ਉੱਪਰ ਪਾਇਆ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੀ ਮੱਥਾ ਟਿਕਾਇਆ ਹੈ। ਕਰਮੋ ਨਿਹਾਰ ਕਰ ਸੁੰਦਰ ਲੀਲਾਰ ਮਹਾ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁੰਦਰ ਮਸਤਕ ਵੇਖ, ਸੁੰਦਰ ਚਿਹਰਾ ਵੇਖ ਕਰਕੇ ਦੀਰਘ ਦਰਸ ਭਲੇ ਭਾਗ ਵਡਿਆਈ ਕੋ। ਮਹਾਰਾਜ ਦੇ ਦੀਰਘ ਦਰਸ਼ਨ ਕੀਤੇ। ਔਰ ਸਤਿਗੁਰੂ ਜਿਨ੍ਹਾਂ ਦੇ ਭਾਗਾਂ ਵਿੱਚ ਬੜੀ ਭਾਰੀ ਵੱਡੀ ਵਡਿਆਈ ਹੈ, ਐਸੇ ਗੁਰੂ ਸਾਹਿਬ ਦੇ ਦੀਦਾਰ ਕਰਕੇ ਟੂਕ ਟੂਕ ਰਿਦਾ ਭਇਓ ਜਲ ਭਰ ਛਾਰ ਥਿਓ। ਕਵੀ ਜੀ ਕਹਿੰਦੇ ਬੀਬੀ ਕਰਮੋਂ ਦਾ ਹਿਰਦਾ ਟੋਟੇ ਟੋਟੇ ਹੋ ਗਿਆ। ਇਸ ਤਰ੍ਹਾਂ ਜਾਣੋ ਵੀ ਹਿਰਦਾ ਉਹਦਾ ਬਿਨਾਂ ਅਗਨ ਤੋਂ ਸੜ ਬਲ ਕੇ ਰਾਖ ਹੋ ਗਿਆ ਹੈ। ਉਪਰ ਕਪਟ ਕੀਓ ਦੂਧ ਬਿਖ ਨਿਆਈ ਕੋ। ਫਿਰ ਕਪਟ ਉੱਪਰ ਧਾਰਨ ਕਰ ਲਿਆ, ਉੱਪਰੋਂ ਮਿੱਠੇ ਬਚਨ ਬੋਲੇ, ਪਰ ਮਨ ਜਿਹੜਾ ਸੀ ਉਹਦੇ ਨਾਲ ਸਹਿਮਤ ਨਹੀਂ ਸੀ ਹੋ ਰਿਹਾ। ਮਨ ਕਰਕੇ ਅੰਦਰ ਕਪਟ ਸੀ, ਅੰਦਰ ਛਲ ਸੀ। ਤਾਂ ਸਾਧ ਸੰਗਤ ਜਿਸ ਪ੍ਰਕਾਰ ਘੜੇ ਦੇ ਵਿੱਚ ਜ਼ਹਿਰ ਹੁੰਦਾ ਹੈ ਨਾ, ਜ਼ਹਿਰ ਵੀ ਕਹਿੰਦੇ ਚਿੱਟੇ ਰੰਗ ਦਾ ਹੀ ਹੁੰਦਾ ਹੈ, ਤੇ ਉਹਦੇ ਉੱਪਰਲੇ ਪਾਸੇ ਦੁੱਧ ਪਾ ਦਈਏ। ਘੜੇ ਦਾ ਮੂੰਹ ਦੁੱਧ ਨਾਲ ਭਰਿਆ ਤੇ ਪੇਟ ਵਿੱਚ ਜ਼ਹਿਰ ਹੈ। ਇਸੇ ਤਰ੍ਹਾਂ ਬੀਬੀ ਕਰਮੋਂ ਦੀ ਹਾਲਤ ਹੈ। ਮੁਖ ਦੇ ਵਿੱਚ ਭਾਵੇਂ ਅੰਮ੍ਰਿਤ ਸਮਾਨ ਮਿੱਠੇ ਬੋਲ ਨੇ, ਪਰ ਪੇਟ ਦੇ ਅੰਦਰ ਜ਼ਹਿਰ ਹੈ, ਪੇਟ ਦੇ ਅੰਦਰ ਕਪਟ ਹੈ। ਆਸ਼ਿਕ ਕਹਿਤ ਚਿਰੰਜੀਵੀ ਸੁਤ ਹੋਏ ਤੋਏ। ਉੱਪਰੋਂ ਅਸੀਸ ਦਿੱਤੀ ਕਿ ਤੁਹਾਡਾ ਪੁੱਤਰ ਚਿਰੰਜੀਵੀ ਹੋਵੇ। ਜਿਨ੍ਹਾਂ ਨੂੰ ਮਾਰਨ ਵਾਸਤੇ ਕਦੀ ਦਾਈ ਭੇਜਤੀ, ਕਦੇ ਸਪੇਰਾ ਭੇਜ ਦਿੱਤਾ, ਕਦੇ ਜ਼ਹਿਰ ਦੇਣ ਦਾ ਯਤਨ ਕੀਤਾ, ਹੁਣ ਉਸੇ ਨੂੰ ਹੀ ਕਹਿੰਦੀ ਵੀ ਚਿਰੰਜੀਵੀ ਹੋਵੋ। ਇਹਦਾ ਭਾਵ ਇਹੀ ਹੈ ਨਾ ਵੀ ਪੇਟ ਵਿੱਚ ਜ਼ਹਿਰ ਤੇ ਮੁਖ ਵਿੱਚ ਅੰਮ੍ਰਿਤ। ਜਿਵੇਂ ਘੜੇ ਦੇ ਪੇਟ ਵਿੱਚ ਜ਼ਹਿਰ ਹੋਵੇ ਤੇ ਉੱਪਰ ਦੁੱਧ ਹੋਵੇ, ਇਹੋ ਜੀ ਹਾਲਤ ਬੀਬੀ ਕਰਮੋਂ ਦੀ ਬਣ ਗਈ। ਕੁਸ਼ਲ ਪ੍ਰਸ਼ਨ ਕਰ
ਗੋਦ ਮੈਂ ਬਿਠਾਇਓ ਐ। ਕੁਸ਼ਲ ਪ੍ਰਸੰਨ ਪੁੱਛ ਕਰਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੋਦ ਵਿੱਚ ਬਿਠਾ ਲਿਆ। ਇਤਨੇ ਮੈਂ ਸਤਿਗੁਰ ਦਾਸ ਕੋ ਪਠਾਇਓ ਤਾਹਾਂ। ਇਹਨੇ ਨੂੰ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸੇਵਕ ਭੇਜਿਆ ਹੈ। ਲਿਆਏ ਕਰ ਪ੍ਰਿਥੀ ਕੇ ਪਾਏ ਪਰ ਪਾਇਓ ਐ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਲਿਆ ਕਰਕੇ ਦਾਸ ਨੇ ਬਾਬੇ ਪ੍ਰਿਥੀ ਚੰਦ ਦੇ ਚਰਨੀ ਪਾਇਆ, ਨਮਸਕਾਰ ਕਰਾਈ ਹੈ। ਆਪ ਕੀ ਕਿਰਪਾ ਤੇ ਜੈਸੇ ਕਿਰਪਨ ਲਾਹੇ ਸੋਦਨ। ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਤੁਹਾਡੀ ਕਿਰਪਾ ਨਾਲ ਹੀ ਇਹ ਦਾਤ ਮਿਲੀ ਹੈ। ਜਿਵੇਂ ਕੋਈ ਕਿਰਪਨ ਹੁੰਦਾ ਨਾ, ਕੰਜੂਸ ਹੁੰਦਾ, ਉਹਨੂੰ ਧਨ ਦੀ ਪ੍ਰਾਪਤੀ ਹੋ ਜਾਵੇ ਤੇ ਉਹਨੂੰ ਬੜੀ ਪ੍ਰਸੰਨਤਾ ਹੁੰਦੀ ਹੈ। ਤੈਸੇ ਹੀ ਇਹ ਨੰਦਨ ਸਦਨ ਮੈਂ ਸੁਹਾਇਓ ਐ। ਇਸੇ ਪ੍ਰਕਾਰ ਹੀ ਇਹ ਸਾਡਾ ਨੰਦਨ ਪੁੱਤਰ ਸਾਡੇ ਘਰ ਦੇ ਵਿੱਚ ਸ਼ੋਭਨੀਕ ਹੈ। ਇਹ ਤੁਹਾਡੀ ਰਹਿਮਤ ਹੋਈ, ਤੁਹਾਡੀਆਂ ਅਸੀਸਾਂ ਨੇ। ਇੰਨੀ ਨਿਮਰਤਾ ਮਹਾਰਾਜ ਸੱਚੇ ਪਾਤਸ਼ਾਹ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਨਾ ਤੇ ਪੱਗ ਦਾ ਝਗੜਾ ਵੀ ਹੋਇਆ। ਪ੍ਰਿਥੀ ਚੰਦ ਆਖੇ ਜੀ ਮੈਨੂੰ ਮਿਲਣੀ ਚਾਹੀਦੀ, ਤੇ ਮਹਾਰਾਜ ਕਹਿੰਦੇ ਭਰਾਤਾ ਜੀ ਪੱਗ ਲੈ ਲਓ, ਝਗੜਾ ਨਾ ਕਰਿਓ। ਵਡਿਆਈ ਰੱਖੀ ਨਾ ਵੱਡੇ ਭਰਾ ਦੀ, ਕਿੰਨੀ ਨਿਮਰਤਾ ਸੀ। ਪਰ ਇੱਕ ਬਚਨ ਕਿਹਾ, ਤੇਰੀ ਬਖਸ਼ ਨਾ ਮੇਟਾ ਕੋਈ ਸਤਿਗੁਰ ਕਾ ਦਿਲਾਸਾ। ਜਿਹੜੀ ਬਖਸ਼ਿਸ਼ ਗੁਰੂ ਰਾਮਦਾਸ ਮਹਾਰਾਜ ਨੇ ਦਿੱਤੀ ਨਾ, ਉਹਨੂੰ ਨਹੀਂ ਕੋਈ ਮਿਟਾ ਸਕਦਾ, ਉਹ ਨਹੀਂ ਮਿਟ ਸਕਦੀ। ਹਾਂ ਤੁਹਾਨੂੰ ਪੱਗ ਚਾਹੀਦੀ, ਪੱਗ ਲੈ ਲਓ, ਕੋਈ ਗੱਲ ਨਹੀਂ, ਬਸ ਝਗੜਾ ਨਾ ਕਰਿਓ, ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਖੇਦ ਨਾ ਮੰਨਿਓ। ਵੇਖੋ ਕਿੰਨੀ ਨਿਮਰਤਾ ਹੈ ਗੁਰੂ ਅਰਜਨ ਦੇਵ ਸਾਹਿਬ ਜੀ ਤੇ। ਤੱਤੀ ਲੋਹ ਤੇ ਬਹਿ ਕੇ ਸ਼ਾਂਤੀ, ਨਿਮਰਤਾ, ਪ੍ਰੇਮ ਤੇ ਸਬਰ ਤੇ ਸ਼ੁਕਰ ਦਾ ਇੰਤਹਾ ਜਿਹੜਾ ਹੈ, ਇਸ ਤੋਂ ਵੱਡੀ ਮਿਸਾਲ ਦੁਨੀਆ ਦੇ ਵਿੱਚ ਕੋਈ ਨਹੀਂ ਹੋ ਸਕਦੀ। ਤੇ ਉਹ ਨਿਮਰਤਾ ਜਿਹੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਬਚਪਨ ਤੋਂ ਲੈ ਕਰਕੇ ਸਰੀਰ ਦੀ ਸ਼ਹਾਦਤ ਤੱਕ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਉਹ ਨਿਮਰਤਾ ਉਸੇ ਤਰ੍ਹਾਂ ਹੀ ਰਹੀ, ਕੋਈ ਫਰਕ ਨਹੀਂ ਪਿਆ। ਤੋ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਐਸੀ ਨਿਮਰਤਾ ਦੇ ਵਿੱਚ ਆਏ, ਕਹਿਣ ਲੱਗੇ ਤੁਹਾਡੀ ਕਿਰਪਾ ਨਾਲ ਇਹ ਪੁੱਤਰ ਪ੍ਰਾਪਤ ਹੋਇਆ ਹੈ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਦਾਤ ਸਾਨੂੰ ਮਿਲੀ ਹੈ। ਜਾਨੋ ਨਿਜ ਦਾਸ ਕੀਜੇ ਆਸ਼ਿਖਾ ਪ੍ਰਕਾਸ਼ ਸ਼ੁਭ। ਭਰਾਤਾ ਜੀ ਕਿਰਪਾ ਕਰੋ, ਅਸੀਸ ਦਿਓ, ਇਹ ਤੁਹਾਡਾ ਭਤੀਜਾ ਹੈ, ਇਹਨੂੰ ਚੰਗੀ ਅਸੀਸ ਆਪ ਜੀ ਦੇਣਾ ਕਰੋ, ਇਹਨੂੰ ਆਪਣਾ ਦਾਸ ਬਣਾ ਲਵੋ। ਉਮਰ ਵਿਸਾਲ ਹੋਏ ਜੈਸੇ ਜਨਮ ਆਇਓ ਐ। ਇਹਦੀ ਉਮਰ ਲੰਮੇਰੀ ਹੋਵੇ। ਹੁਣ ਬਾਬੇ ਪ੍ਰਿਥੀ ਚੰਦ ਨੂੰ ਬਚਨ ਕਿਵੇਂ ਲੱਗੇ ਹੋਣਗੇ? ਜਿਹਨੇ ਸਪੇਰਾ ਭੇਜਿਆ, ਜਿਹਨੇ ਦਾਈ ਭੇਜੀ, ਜਿਹਨੇ ਜ਼ਹਿਰ ਦੇਣ ਦਾ ਯਤਨ ਕੀਤਾ, ਉਹਨੂੰ ਮਹਾਰਾਜ ਕਹਿਣ ਲੱਗੇ ਬਾਬਾ ਜੀ ਅਸੀਸ ਦਿਓ, ਇਹ ਤੁਹਾਡਾ ਦਾਸ ਹੈ, ਤੁਹਾਡਾ ਭਤੀਜਾ ਹੈ, ਇਹਦੀ ਉਮਰ ਲੰਮੇਰੀ ਹੋਵੇ। ਦਿੱਕਤ ਬਿਸਮ ਗਇਓ ਰਿਦੇ ਮਹਾ ਗਮ ਪਇਓ। ਇਹ ਬਚਨ ਸੁਣ ਕਰਕੇ ਬਾਬਾ ਪ੍ਰਿਥੀ ਚੰਦ ਬਿਸਮਾਦ ਹੋ ਗਿਆ। ਹਿਰਦੇ ਦੇ ਵਿੱਚ ਬੜਾ ਭਾਰੀ ਗਮ ਪੈਦਾ ਹੋਇਆ, ਚਿੰਤਾ ਪੈਦਾ ਹੋਈ ਹੈ। ਬਦਿਓ ਮਨ ਕੰਮ ਥੀਓ ਸੁੰਦਰ ਸੁਨੰਦ ਜਾਨ। ਜਿਹੜਾ ਮਨ ਵਧਿਆ ਹੋਇਆ ਸੀ ਨਾ, ਕਦੋਂ ਵਧਿਆ ਮਨ? ਜਦੋਂ ਗੁਰੂ ਅਰਜਨ ਦੇਵ ਜੀ ਆਏ, ਮੱਥਾ ਟੇਕਿਆ, ਭਟਾਵਾਂ ਅਰਪਣ ਕੀਤੀਆਂ, ਤੁਸੀਂ ਵੱਡੇ ਭਰਾ ਹੋ, ਮਨ ਵੱਧ ਗਿਆ ਵੀ ਮੇਰੀ ਵਡਿਆਈ ਹੈ। ਤੇ ਜਦੋਂ ਮਹਾਰਾਜ ਜੀ ਕਹਿੰਦੇ ਹੁਣ ਅਸੀਸਾਂ ਦਿਓ, ਤੇ ਕਹਿੰਦੇ ਫਿਰ ਵਧਿਆ ਹੋਇਆ ਮਨ ਜਿਹੜਾ ਉਹ ਘਟ ਗਿਆ ਹੈ। ਮਾਧੁਰੋ ਬਚਨ ਕਹਿਓ ਹੋਵੇ ਚਿਰੰਜੀਵ ਬਾਲ। ਮਹਾਰਾਜ ਸੱਚੇ ਪਾਤਸ਼ਾਹ ਦਾ ਸੁੰਦਰ ਆਨੰਦ ਜਾਣ ਕੇ ਮਨ ਘਟ ਗਿਆ ਬਾਬੇ ਪ੍ਰਿਥੀ ਚੰਦ ਦਾ। ਫਿਰ ਵੀ ਬਚਨ ਕਹਿਣ ਲੱਗਾ ਕਿ ਇਹ ਬਾਲ ਚਿਰੰਜੀਵੀ ਹੋਵੇ। ਆਰ ਬੱਲਾ ਅਧਿਕ ਆਨੰਦ ਕੋ ਬਿਲੰਦ ਠਨ। ਇਹਨਾਂ ਦੀ ਉਮਰਾ ਵੀ ਲੰਬੇਰੀ ਹੋਵੇ ਤੇ ਭਾਰੀ ਆਨੰਦ ਦੀ ਪ੍ਰਾਪਤੀ ਕਰਨਗੇ। ਮੋਰ ਜਿਮ ਬਾਕੇ ਅਛ ਜੀਵਨ ਕੋ ਪਛ ਕਾਛੇ। ਕਵੀ ਜੀ ਕਹਿੰਦੇ ਜਿਵੇਂ ਮੋਰ ਨਾ ਬਚਨ ਅੱਛੇ ਕਰਦਾ, ਅਰਥਾਤ ਕਿ ਉਹਦੀ ਰਸਨਾ ਵਿੱਚੋਂ ਬੜੇ ਚੰਗੇ ਬੋਲ ਪੈਦਾ ਹੁੰਦੇ, ਉਹਦੀ ਆਵਾਜ਼ ਬੜੀ ਚੰਗੀ ਹੁੰਦੀ, ਮੋਰ ਦੀ ਕੂਕ ਚੰਗੀ ਹੁੰਦੀ ਹੈ। ਪਰ ਖਾਂਦਾ ਤਾਂ ਜੰਤੂਆਂ ਨੂੰ ਹੈ ਨਾ, ਛੋਟੇ ਮੋਟੇ ਕੀੜੇ ਮਕੋੜੇ ਖਾ ਕੇ ਆਪਣਾ ਗੁਜ਼ਾਰਾ ਕਰਦਾ ਹੈ। ਬੰਚਕ ਜਿਉ ਕਾਏ ਕੱਛ ਰਾਖੇ ਕੁਛ ਰਿਦੇ ਆਨ। ਜਿਵੇਂ ਠੱਗ ਹੁੰਦਾ ਹੈ, ਠੱਗ ਆਪਣੇ ਮੂੰਹ ਦੇ ਨਾਲ ਬੜੇ ਮਿੱਠੇ ਚੰਗੇ ਬਚਨ ਕਹਿੰਦਾ ਵੀ ਕਿਸੇ ਨੂੰ ਪਤਾ ਨਾ ਲੱਗੇ, ਪਰ ਹਿਰਦੇ ਦੇ ਵਿੱਚ ਤਾਂ ਕੁਝ ਹੋਰ ਹੁੰਦਾ ਨਾ। ਸਤਿਗੁਰੂ ਬਾਣੀ ਵਿੱਚ ਕਹਿੰਦੇ ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ।
ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਤੇ ਮੁਖ ਦੇ ਵਿੱਚ ਕੁਝ ਹੋਰ ਹੈ, ਉਹਨਾਂ ਨੂੰ ਕੱਚੇ ਕਿਹਾ ਬਾਣੀ ਨੇ, ਉਹ ਕੱਚੇ ਨੇ, ਮਨ ਵਿੱਚ ਕੁਝ ਹੋਰ ਤੇ ਮੁਖ ਵਿੱਚ ਕੁਝ ਹੋਰ ਹੈ। ਇਸੇ ਪ੍ਰਕਾਰ ਜਿਹੜਾ ਠੱਗ ਹੁੰਦਾ ਉਹਦੇ ਮਨ ਵਿੱਚ ਕੁਝ ਹੋਰ ਹੁੰਦਾ ਹੈ ਤੇ ਹਿਰਦੇ ਵਿੱਚ ਉਹ ਕੁਝ ਹੋਰ ਰੱਖਦਾ ਹੈ। ਘਟੇ ਮੁਖ ਦੂਧ ਧਰੇ ਪੇਟ ਬਿਖ ਸੰਗ ਪਰੀ। ਜਿਵੇਂ ਘੜੇ ਦੇ ਮੂੰਹ ਦੇ ਵਿੱਚ ਤਾਂ ਦੁੱਧ ਹੋਵੇ ਪਰ ਉਹਦਾ ਪੇਟ ਜਿਹੜਾ ਉਹ ਜ਼ਹਿਰ ਦੇ ਨਾਲ ਭਰਿਆ ਹੋਵੇ, ਇਹੋ ਜੀ ਹਾਲਤ ਬਾਬੇ ਪ੍ਰਿਥੀ ਚੰਦ ਦੀ ਹੈ। ਤੈਸੀ ਸੁਕਰਮ ਕਰੇ ਸੰਕਟ ਮਹਾਨ ਮਾਨ। ਸਾਧ ਸੰਗਤ ਇਹੋ ਜੇ ਕਰਮ ਕੀਤੇ ਨੇ ਬਾਬੇ ਪ੍ਰਿਥੀ ਚੰਦ ਨੇ, ਮਾੜੇ ਕਰਮ ਕੀਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਮੁਕਾਉਣ ਵਾਸਤੇ ਕਦੇ ਸਪੇਰਾ ਤੇ ਕਦੇ ਜ਼ਹਿਰ ਦੇ ਕਰਕੇ ਉਸ ਬ੍ਰਾਹਮਣ ਨੂੰ ਭੇਜਿਆ ਹੈ। ਸਮਤ ਕਿਤਕ ਕੋ ਆਨੰਦ ਸੰਗ ਭਇਓ ਆਨੰਦ। ਫਿਰ ਪ੍ਰਿਥੀ ਚੰਦ ਪੁੱਛਣ ਲੱਗਾ, ਮਹਾਰਾਜ ਇਹ ਤੁਹਾਡਾ ਪੁੱਤਰ ਆਨੰਦ ਦੇ ਸਹਿਤ ਕਿੰਨੇ ਕੁ ਸਾਲਾਂ ਦਾ ਹੋ ਗਿਆ ਹੈ? ਗੁਰੂ ਤਬ ਕਹਿਓ ਅਬ ਤੀਸਰੇ ਬਰਸ ਕੋ। ਇਹ ਬਚਨ ਸੁਣ ਕੇ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿਣ ਲੱਗੇ, ਬਾਬਾ ਜੀ ਤੀਜਾ ਸਾਲ ਆਰੰਭ ਹੋਇਆ ਹੈ। ਕੁਸ਼ਲ ਪ੍ਰਸ਼ਨ ਦੋ ਦਿਸ਼ ਤੇ ਸਕਲ ਕਈ। ਦੋਹੇ ਦਿਸ਼ਾਵਾਂ ਤੋਂ ਇੱਕ ਦੂਜੇ ਨੂੰ ਸੁਖ ਸ਼ਾਂਤ ਪੁੱਛਿਆ ਹੈ। ਕਉ ਘਟੀ ਬੈਠੇ ਸਿਸ ਅੰਗਨ ਪਰਸ ਕੋ। ਕੁਝ ਸਮਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਬੇ ਪ੍ਰਿਥੀ ਚੰਦ ਦੇ ਕੋਲ ਬੈਠੇ ਹਨ। ਸ਼੍ਰੀ ਹਰਗੋਬਿੰਦ ਸੰਗ ਆਪ ਲੈ ਉਠਤ ਪਈ। ਉਪਰੰਤ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੇ ਨਾਲ ਲੈ ਕੇ ਗੁਰੂ ਸਾਹਿਬ ਜੀ ਉੱਠੇ ਹਨ। ਗਮਨੇ ਬਹੋਰ ਮਹਾਦੇਵ ਕੇ ਦਰਸ ਕੋ। ਉਪਰੰਤ ਫਿਰ ਸਤਿਗੁਰ ਜੀ ਦੇ ਸੁਪੁੱਤਰ ਬਾਬਾ ਮਹਾਦੇਵ ਜੀ ਦੇ ਪਾਸ ਮਹਾਰਾਜ ਜੀ ਗਏ ਹਨ। ਸਦਨ ਪ੍ਰਵੇਸ਼ ਕੀਨ ਪਾਇਨ ਪ੍ਰਣਾਮ ਠਾਨ। ਬਾਬਾ ਮਹਾਦੇਵ ਜੀ ਦੇ ਗ੍ਰਹਿ ਵਿਖੇ ਪ੍ਰਵੇਸ਼ ਹੋ ਕਰਕੇ ਭਾਉ ਸਹਿਤ ਤਿਨਾਂ ਦੇ ਚਰਨਾਂ ਤੇ ਨਮਸਕਾਰ ਕੀਤੀ, ਪ੍ਰਣਾਮ ਕੀਤੀ ਹੈ। ਮਿਲ ਕੇ ਪਰਸ ਭਰ ਧਾਰਤ ਹਰਸ਼ ਕੋ। ਆਪਸ ਵਿੱਚ ਮਿਲ ਕਰਕੇ ਬਾਬਾ ਮਹਾਦੇਵ ਜੀ ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਅਤੀ ਪ੍ਰਸੰਨ ਹੋਏ ਹਨ। ਸ਼੍ਰੀ ਹਰਗੋਬਿੰਦ ਨੰਦ ਪਾਇਓ ਚਰਨਾਰ ਬਿੰਦ। ਗੁਰੂ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਬਾ ਮਹਾਦੇਵ ਜੀ ਦੇ ਚਰਨੀ ਪਾਇਆ, ਨਮਸਕਾਰ ਕਰਾਈ ਹੈ। ਦੇਖਤ ਉਠਾਇਓ ਮਹਾਦੇਵ ਲੀਨ ਗੋਦ ਮੈਂ। ਬਾਬਾ ਮਹਾਦੇਵ ਜੀ ਜਿਨ੍ਹਾਂ ਦੀ ਬਿਰਤੀ ਅਕਸਰ ਬ੍ਰਹਮਾਕਾਰ ਰਹਿੰਦੀ ਹੈ, ਜਿਨ੍ਹਾਂ ਨੂੰ ਸੰਸਾਰ ਦੇ ਨਾਲ ਮੋਹ ਨਹੀਂ, ਪਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵੇਖ ਕੇ ਇਹੋ ਜਿਹਾ ਚਾਉ ਅੰਦਰ ਪੈਦਾ ਹੋਇਆ ਕਿ ਸਤਿਗੁਰਾਂ ਨੂੰ ਆਪਣੀ ਗੋਦ ਦੇ ਵਿੱਚ ਲੈ ਲਿਆ ਹੈ। ਸੁੰਗਤ ਲੀਲਾਰ ਕੋ ਦੁਲਾਰਤ ਉਚਾਰ ਬਚ। ਪ੍ਰੇਮ ਦੇ ਨਾਲ ਮੱਥਾ ਚੁੰਮਦੇ ਨੇ ਤੇ ਬੜਾ ਦੁਲਾਰ ਕਰਦਿਆਂ ਬਚਨ ਕਹਿੰਦੇ ਹਨ। ਹੋਏ ਮਹਾਜੋਧਾ ਚਿਰੰਜੀਵੀ ਰਹੋ ਮੋਦ ਮੈਂ। ਆਖਣ ਲੱਗੇ ਮਹਾਬਲੀ ਯੋਧੇ ਬਣੋਗੇ ਔਰ ਇਸ ਜਗਤ ਵਿੱਚ ਚਿਰੰਜੀਵੀ ਯੋਧੇ ਹੋਵੋਗੇ। ਬੰਸ ਕੋ ਵਿਭੂਖਨ ਅਦੁਖਨ ਵੈ ਭੂਖਨ ਸੋ। ਤੁਸੀਂ ਆਪਣੇ ਬੰਸ ਦੇ ਗਹਿਣੇ ਹੋ, ਆਪਣੀ ਬੰਸ ਨੂੰ ਵੀ ਸੰਸਾਰ ਦੇ ਵਿੱਚ ਪ੍ਰਗਟ ਕਰ, ਉਹਦਾ ਜਸ ਸੰਸਾਰ ਦੇ ਵਿੱਚ ਵਧਾਓਗੇ। ਜੈਸੇ ਗਹਿਣਾ ਸਰੀਰ ਦੀ ਸ਼ੋਭਾ ਵਧਾਉਂਦਾ ਹੈ, ਤੈਸੇ ਤੁਸੀਂ ਬੰਸ ਦੀ ਸ਼ੋਭਾ ਜਗਤ ਦੇ ਵਿੱਚ ਵਧਾਉਣਾ ਕਰੋਗੇ। ਔਰ ਇਸੇ ਤਰ੍ਹਾਂ ਤੁਸੀਂ ਚਮਕੋਗੇ ਜਿਵੇਂ ਆਕਾਸ਼ ਦੇ ਵਿੱਚ ਸੂਰਜ ਚਮਕਦਾ ਹੈ। ਕਟੇ ਗੋ ਕਲੁਖਨ ਸਸਰੁਖ ਹੈ ਚੋਹੂ ਕੋਦ ਮੈਂ। ਇਸੇ ਪ੍ਰਕਾਰ ਜਿਹੜੇ ਪਾਪ ਨੇ ਤੁਸੀਂ ਪਾਪਾਂ ਨੂੰ ਮਿਟਾ ਦਿਓਗੇ ਤੇ ਚਾਰੇ ਤਰਫਾਂ ਦੇ ਵਿੱਚ ਤੁਹਾਡੀ ਪੂਜਾ ਹੋਵੇਗੀ, ਸੰਸਾਰ ਤੁਹਾਨੂੰ ਸਜਦਾ ਕਰੇਗਾ। ਵੱਡ ਸਤਿ ਸ੍ਰੀ ਅਕਾਲ। ਵੱਡੋ ਵਹਿ ਢੀਲ ਤੈਸੇ ਸੁੰਦਰ ਸੁਸ਼ੀਲ ਬੋ। ਤੁਹਾਡੇ ਸਰੀਰ ਦੀ ਢੀਲ ਜਿਹੜੀ ਉਹ ਵੱਡੀ ਹੋਵੇਗੀ, ਕੱਦ ਕਾਠ ਤੁਹਾਡਾ ਵੱਡਾ ਹੋਵੇਗਾ, ਵੱਡੇ ਵੱਡੇ ਭੁਜ ਦੰਡ ਹੋਣਗੇ, ਚੌੜੀ ਛਾਤੀ ਹੋਵੇਗੀ, ਗੋਡਿਆਂ ਤਾਈਂ ਤੁਹਾਡੀਆਂ ਬਾਹਾਂ ਹੋਣਗੀਆਂ ਤੇ ਸਰੂਪ ਤੁਹਾਡਾ ਬੜਾ ਸੁੰਦਰ ਹੋਵੇਗਾ। ਦੋਹਰਾ ਇਮ ਕੈ ਮਹਾ ਪਰਮੋਦ ਕਰ महादेव तर प्रीत। इतने बचन कह करके बाबा महादेव जी बड़े प्रसन्न हुए, क्योंकि जो हिरदे विच है उन्हें उसे रूप विच ही प्रगट होना है ना। जो बाबे प्रिथी चंद दे अंदर सी उसे रूप विच ही प्रगट होया। जो बाबा महादेव जी की भावना सी उन्हां दे बोलां राहीं प्रगट हो गई। तां साध संगत जी
ਹਿਰਦੇ ਦੇ ਵਿੱਚ ਪ੍ਰੀਤ ਧਾਰਨ ਕਰਕੇ ਬੜੇ ਭਾਉ ਦੇ ਨਾਲ ਬਾਬਾ ਮਹਾਦੇਵ ਜੀ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਅਸੀਸਾਂ ਦਿੱਤੀਆਂ ਹਨ। ਦਰਬ ਨਿਛਾਵਰ ਬੋਕੀਓ ਨਿਜ ਸੁਤ ਸਮ ਲਖ ਚੀਤ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਆਪਣੇ ਪੁੱਤਰ ਦੀ ਨਿਆਈ ਜਾਣ ਕੇ ਬਹੁਤ ਸਾਰਾ ਧਨ ਲੈ ਕੇ ਉਹਨਾਂ ਤੋਂ ਨਿਸ਼ਾਵਰ ਕੀਤਾ ਹੈ। ਕਬਿਤ ਸ਼੍ਰੀ ਗੁਰੂ ਚਾਰਿ ਪਈ ਕਰੁਣਾ ਤੁਮਾਰੀ ਭਾਰੀ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਬਾਬਾ ਜੀ ਇਹ ਤੁਹਾਡੀ ਭਾਰੀ ਕਿਰਪਾ ਹੋਈ ਹੈ। ਜਾਂ ਤੇ ਸੁਖਕਾਰੀ ਸੁਤ ਕੰਖਤ ਕੋ ਦੀਨਿਓ। ਅਸੀਂ ਹਿਰਦੇ ਵਿੱਚ ਚਾਹੁੰਦੇ ਸਾਂ ਕਿ ਸਾਡੇ ਘਰ ਵਿੱਚ ਸੁਪੁੱਤਰ ਹੋਵੇ, ਤੁਹਾਡੀ ਕਿਰਪਾ ਹੋਈ, ਪਰਮੇਸ਼ਰ ਨੇ ਸਾਨੂੰ ਇਹ ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ ਹੈ। ਆਪ ਵੈ ਸਹਾਈ ਲੀਨ ਦੁਖ ਤੇ ਬਚਾਈ ਨਿਤ। ਆਪ ਸਹਾਈ ਹੋ ਕਰਕੇ ਨਿਤ ਹੀ ਆਪ ਨੇ ਹਰ ਪ੍ਰਕਾਰ ਦੇ ਦੁੱਖਾਂ ਤੋਂ ਸਾਡੀ ਰੱਖਿਆ ਕੀਤੀ ਹੈ। ਬਿਗਨ ਬਿਨਾਸ਼ ਕੈ ਪ੍ਰਬਲ ਕੀ ਨਹੀਂ ਨਿਓ। ਜਿਹੜੇ ਬਲ ਵਾਲੇ ਬਿਗਨ ਸਨ ਉਹਨਾਂ ਸਾਰੇ ਬਿਗਨਾਂ ਨੂੰ ਆਪ ਜੀ ਨੇ ਨਾਸ਼ ਕਰ ਦਿੱਤਾ, ਮਿਟਾ ਦਿੱਤਾ ਹੈ। ਮਹਾਦੇਵ ਕਹਿਓ ਪਿਤਾ ਸਤਿਗੁਰ ਹਮਾਰੇ ਜੋਏ। ਇਹ ਗੱਲ ਸੁਣ ਕਰਕੇ ਬਾਬਾ ਮਹਾਦੇਵ ਜੀ ਕਹਿਣ ਲੱਗੇ ਸਾਡੇ ਸਤਿਗੁਰੂ ਪਿਤਾ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਤਿੰਨ ਕੀ ਕਿਰਪਾ ਤੇ ਐਸੋ ਪਦ ਮਹਾਲੀਨਿਓ। ਉਹਨਾਂ ਦੀ ਕਿਰਪਾ ਦੇ ਨਾਲ ਐਸਾ ਮਹਾਪਦ ਜਿਹੜਾ ਉਹ ਅਸੀਂ ਪ੍ਰਾਪਤ ਕੀਤਾ, ਅਰਥਾਤ ਕਿ ਸਾਰੀਆਂ ਰਹਿਮਤਾਂ ਸਾਰੀਆਂ ਬਖਸ਼ਿਸ਼ਾਂ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤੀਆਂ ਹਨ। ਸੋਈ ਹੋਇ ਸਹਾਇ ਨਿਜ ਪਿਆਰੇ ਕੋ ਬਚਾਏ ਲਿਤ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸਾਡੇ ਸਹਾਈ ਨੇ, ਉਹ ਸਾਡੀ ਰੱਖਿਆ ਕਰਨ ਵਾਲੇ ਨੇ। ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿਥੇ ਮੈਨੂੰ ਲੈ ਛਡਾਈ। ਮੇਰੇ ਸਤਿਗੁਰੂ ਮੇਰੇ ਨਾਲ ਜਿੱਥੇ ਕਿਥੇ ਹਰ ਜਗ੍ਹਾ ਤੇ ਲੋਕ ਪਰਲੋਕ ਵਿੱਚ ਸੁੱਖ ਦੁੱਖ ਦੇ ਵਿੱਚ ਖੁਸ਼ੀ ਗਮ ਦੇ ਅੰਦਰ ਹਰ ਜਗ੍ਹਾ ਤੇ ਮੇਰੀ ਉਹ ਸਹਾਇਤਾ ਕਰਨ ਵਾਲੇ ਨੇ। ਤੇ ਕਿਰਪਾ ਕਰਕੇ ਮਹਾਰਾਜ ਜੀ ਆਪਣੇ ਪਿਆਰਿਆਂ ਨੂੰ ਹਰ ਪ੍ਰਕਾਰ ਦੇ ਸੰਕਟਾਂ ਤੋਂ ਬਚਾ ਲੈਂਦੇ ਨੇ। ਔਖੀ ਘੜੀ ਨਾ ਦੇਖਣ ਦੇਈ, ਆਪਣੇ ਪਿਆਰਿਆਂ ਨੂੰ ਕਦੇ ਔਖੀ ਘੜੀ ਨਹੀਂ ਵੇਖਣ ਦਿੰਦੇ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚੌਗਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਪਾਈ। ਜਿਨ੍ਹਾਂ ਦੇ ਅੰਗ ਸੰਗ ਗੁਰੂ ਹੋਵੇ ਉਹਨਾਂ ਨੂੰ ਕਦੇ ਵੀ ਕੋਈ ਸੰਕਟ ਛੂ ਨਹੀਂ ਸਕਦਾ। ਇਸ ਕਰਕੇ ਸਦਾ ਆਪਾਂ ਆਪਣੀ ਭਾਵਨਾ ਬਣਾ ਕੇ ਰੱਖਣੀ ਹੈ। ਦੁਕਾਲੰ ਪ੍ਰਣਾਸੀ ਦਇਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਹਰ ਇੱਕ ਗੁਰਸਿੱਖ ਦੀ ਇਹ ਭਾਵਨਾ ਹੋਵੇ ਕਿ ਮੇਰੇ ਪਾਤਸ਼ਾਹ ਮੇਰੇ ਅੰਗ ਸੰਗ ਨੇ। ਜਿਨ੍ਹਾਂ ਨੇ ਗੁਰੂ ਸਾਹਿਬ ਜੀ ਨੂੰ ਅੰਗ ਸੰਗ ਕਰਕੇ ਜਾਣਿਆ, ਫਿਰ ਕਿਤੇ ਵੀ ਹੋਵਣ ਲੋਕ ਪਰਲੋਕ ਵਿੱਚ ਹੋਵਣ ਹਰ ਜਗ੍ਹਾ ਤੇ ਮੇਰੇ ਪਾਤਸ਼ਾਹ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਹਨ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਬਾਬਾ ਮਹਾਦੇਵ ਸਾਹਿਬ ਜੀ ਕਹਿਣ ਲੱਗੇ ਕਿ ਮਹਾਰਾਜ ਦਇਆ ਕਰਕੇ ਆਪਣੇ ਪਿਆਰਿਆਂ ਨੂੰ ਬਚਾ ਲੈਂਦੇ ਹਨ। ਸੰਕਟ ਨ ਕੋ ਹੋਤ ਜਹਾਂ ਪਖ ਕੀਨਿਓ। ਜਿਨ੍ਹਾਂ ਦਾ ਪਖ ਮਹਾਰਾਜ ਨੇ ਕੀਤਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਸੰਕਟ ਛੂ ਨਹੀਂ ਸਕਦਾ। ਜਿਨ੍ਹਾਂ ਵੱਲ ਗੁਰੂ ਹੋਵੇ ਉਹਨਾਂ ਨੂੰ ਕਦੇ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਵਿਆਪਦਾ। ਆਪਸ में ऐसे कुछ वार्ता करत पई। ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਤੇ ਬਾਬਾ ਮਹਾਦੇਵ ਜੀ ਆਪਸ ਵਿੱਚ ਕੁਝ ਐਸੀ ਵਾਰਤਾ ਕਰਦੇ ਹਨ। आयस को पाए पुन आए हैं सदन को। ਬਾਬਾ ਮਹਾਦੇਵ ਜੀ ਦੀ ਆਗਿਆ ਪ੍ਰਾਪਤ ਕਰਕੇ ਸਤਿਗੁਰੂ ਫਿਰ ਆਪਣੇ ਗ੍ਰਹਿ ਨੂੰ ਵਾਪਸ ਆ ਗਏ। सुख सो बसे हैं सब संकट नसे हैं। ਸੁੱਖਾਂ ਦੇ ਸਹਿਤ ਗੁਰੂ ਕੀ ਨਗਰੀ ਵਿੱਚ ਮਹਾਰਾਜ ਜੀ ਵਸ ਗਏ। ਹਰ ਪ੍ਰਕਾਰ ਦੇ ਸੰਕਟ ਨਿਵਰਤ ਹੋ ਗਏ ਹਨ। देख दास बिकसे हैं गुरु बालक बदन को। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੁਪੁੱਤਰ ਗੁਰੂ ਹਰਗੋਬਿੰਦ ਸਾਹਿਬ ਦਾ ਪਾਵਨ ਮੁਖੜਾ ਵੇਖ ਵੇਖ ਕੇ ਸਤਿਗੁਰਾਂ ਦੇ ਦਾਸ ਜਿਹੜੇ ਉਹ ਅੰਦਰੋਂ ਖਿੜ ਜਾਂਦੇ ਹਨ। ਖਿਲਤ ਅਜਰ ਮਾਂਜ ਪਿਤਾ ਪੈਸਕਾਰ ਸਾਂਝ। ਸਤਿਗੁਰੂ ਮਹਾਰਾਜ ਜੀ ਆਪਣੇ ਘਰ ਦੇ ਵਿਹੜੇ ਦੇ ਵਿੱਚ ਖੇਡਦੇ ਨੇ, ਬਾਲ ਲੀਲਾ ਕਰਦੇ ਹਨ। ਬੈਠਤ ਕਰੀ ਕੋ ਦੁੱਖ ਦਾਸਨ ਕਦਨ ਕੋ। ਜਿਹੜੇ ਪਾਤਸ਼ਾਹ ਆਪਣੇ ਦਾਸਾਂ ਦਾ ਦੁੱਖ ਕੱਟਣ ਵਾਲੇ ਨੇ,
ਤੇ 2 ਘੜੀਆਂ ਸਵੇਰੇ ਸ਼ਾਮ ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਪਾਸ ਬਹਿੰਦੇ ਹਨ। ਮੰਦਿਰ ਕੇ ਅੰਦਰ ਬਿਰਾਜੇ ਰੂਪ ਸੁੰਦਰ ਸੋ। ਸੁੰਦਰ ਰੂਪ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਮੰਦਰਾਂ ਵਿੱਚ ਬਿਰਾਜਦੇ ਹਨ। ਆਨੰਦ ਬਿਲੰਦ ਕੈ ਲਜਾਵਤ ਮਦਨ ਕੋ। ਜਿਹੜੇ ਪਾਤਸ਼ਾਹ ਆਨੰਦ ਦਾ ਰੂਪ ਨੇ ਉਹਨਾਂ ਦਾ ਰੂਪ ਵੇਖ ਕਰਕੇ ਕਾਮਦੇਵ ਵੀ ਸ਼ਰਮਿੰਦਾ ਹੋ ਜਾਂਦਾ ਹੈ। ਐਸੀ ਸੁੰਦਰਤਾ ਹੈ ਕਿ ਸੁੰਦਰ ਸਰੂਪ ਹੋ। ਮਹਾਰਾਜ ਤੁਹਾਡਾ ਐਸਾ ਸੁੰਦਰ ਸਰੂਪ ਹੈ ਜਿਹਦਾ ਦੁਨੀਆ ਦੇ ਵਿੱਚ ਕੋਈ ਮੁਕਾਬਲਾ ਨਹੀਂ। ਐਸਾ ਤੁਹਾਡਾ ਸੁੰਦਰ ਸਰੂਪ ਜਿਹਦਾ ਕੋਈ ਦੂਜਾ ਸਾਨੀ ਨਹੀਂ ਹੈ। ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੈ ਕਿ ਹੁਸਨਲ ਚਰਾਗ ਹੈ। ਤੁਸੀਂ ਸੁੰਦਰਤਾ ਦਾ ਚਿਰਾਗ ਹੋਏ। ਜਗਤ ਵਿੱਚ ਜਿੰਨੀ ਵੀ ਸੁੰਦਰਤਾ ਤੁਹਾਡੀ ਬਖਸ਼ਿਸ਼ ਕੀਤੀ ਹੋਈ ਹੈ ਤੋ ਐਸਾ ਸੁੰਦਰ ਰੂਪ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਜਿਹਨੂੰ ਵੇਖ ਕਰਕੇ ਕਾਮਦੇਵ ਵੀ ਸ਼ਰਮਿੰਦਾ ਹੋ ਜਾਂਦਾ ਹੈ। ਸਵਾਦਲ ਆਹਾਰ ਦੇਤ ਜਾਗੇ ਤੇ ਸਕਾਰ ਹੋਤ। ਜਦੋਂ ਮਹਾਰਾਜ ਸਵੇਰੇ ਜਾਗਦੇ ਨੇ ਤੇ ਜਾਗਣ ਤੇ ਮਾਤਾ ਗੰਗਾ ਜੀ ਸਵਾਦਿਸ਼ਟ ਭੋਜਨ ਮਹਾਰਾਜ ਨੂੰ ਦਿੰਦੇ ਹਨ। ਫਿਰ ਜਾਮ ਦਿਨ ਚੜੇ ਭੋਜਨ ਕੋ ਕਰਤੇ। ਫਿਰ ਜਦੋਂ ਇੱਕ ਪੈਰ ਦਿਨ ਦਾ ਚੜ ਜਾਂਦਾ ਹੈ ਮਹਾਰਾਜ ਜੀ ਭੋਜਨ ਕਰਦੇ ਹਨ। ਖਿਲਤ ਪਲਾਵਤ ਬਿਭੂਖਨ ਸੁਹਾਵਤ ਹੈ। ਘਰ ਦੇ ਵਿਹੜੇ ਵਿੱਚ ਖੇਡਦੇ ਨੇ, ਕਦੇ ਦੌੜਦੇ ਨੇ, ਸਰੀਰ ਦੇ ਉੱਪਰ ਪਹਿਨੇ ਹੋਏ ਭੂਖਨ ਗਹਿਣੇ ਸ਼ੋਭਾ ਪਾਉਂਦੇ ਹਨ। ਸੀਸ ਫੁੱਲ ਹੀਰਨ ਜਰਾਵ ਕੋ ਤਰਤ ਹੈ। ਸੀਸ ਦੇ ਵਿੱਚ ਕੇਸਾਂ ਵਿੱਚ ਇੱਕ ਸੀਸ ਫੁੱਲ ਨਾਮ ਦਾ ਗਹਿਣਾ ਜੋ ਕੇਸਾਂ ਵਿੱਚ ਸਜਾਇਆ ਜਾਂਦਾ ਹੈ। ਹੀਰਿਆਂ ਨਾਲ ਜੜਿਆ ਹੋਇਆ ਬੜਾ ਸ਼ੋਭਾ ਪਾਉਂਦਾ ਹੈ। ਦੀਰਘ ਬਿਲੋਚਨ ਬਿਲੋਕਤ ਹੈ ਜਿਸ ਦਿਸ਼। ਚੌੜੀਆਂ ਅੱਖਾਂ ਨੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ। ਐਸੇ ਸੁੰਦਰ ਨੇਤਰ ਜਿਨ੍ਹਾਂ ਵੱਲ ਉਹਨਾਂ ਨੇਤਰਾਂ ਨਾਲ ਮਹਾਰਾਜ ਜੀ ਵੇਖਦੇ ਹਨ। ਹੋਤ ਹੈ ਨਿਹਾਲ ਦੁਖ ਸਾਗਰ ਤਰਤ ਹੈ। ਲੋਚਨ ਮਹਾਰਾਜ ਜੀ ਦੇ ਲੋਚਨ ਵਿਸਾਲ ਲਾਲ, ਮੁਖ ਬਚਨ ਰਸਾਲ। ਭਾਈ ਗੁਰਦਾਸ ਜੀ ਨੇ ਇਸੇ ਕਰਕੇ ਕਿਹਾ ਨਾ, ਜਦੋਂ ਕਾਂਸੀ ਵਿੱਚ ਗਏ ਭਾਈ ਗੁਰਦਾਸ ਜੀ ਚਿਰ ਹੋ ਗਿਆ ਦਰਸ਼ਨ ਕੀਤਿਆਂ ਨੂੰ, ਯਾਦ ਕਰਦੇ ਨੇ ਮਹਾਰਾਜ ਕਿਰਪਾ ਕਰੋ, ਆ ਨਹੀਂ ਸਕਦਾ ਹੁਣ ਤੁਸੀਂ ਕਿਰਪਾ ਕਰ ਦਿਓ। ਫਿਰ ਸੁਪਨਾ ਆਇਆ ਜਿਹੜਾ ਆਪਾਂ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਪੜ੍ਹਦੇ ਆ, ਸੁਪਨ ਚਰਿੱਤਰ ਚਿੱਤਰ ਬਾਨਕ ਬਨੇ ਵਿਚਿੱਤਰ, ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ। ਸੁਪਨੇ ਵਿੱਚ ਮਹਾਰਾਜ ਨੇ ਦਦਾਰ ਦਿੱਤੇ। ਫਿਰ ਉਹ ਸਾਰੀ ਘਟਨਾ ਭਾਈ ਗੁਰਦਾਸ ਜੀ ਨੇ ਇਸ ਕਵਿਤ ਵਿੱਚ ਉਚਾਰੀ ਕਿ ਸਤਿਗੁਰੂ ਜੀ ਨੇ ਦਦਾਰ ਦਿੱਤੇ, ਮੇਰੇ ਵੱਡੇ ਭਾਗ ਗੁਰੂ ਸਾਹਿਬ ਜੀ ਆਏ, ਦਰਸ਼ਨ ਕੀਤੇ, ਪਰ ਕਹਿੰਦੇ ਅਵਸਥਾ ਨਾ ਮੱਛੀ ਵਾਲੀ ਬਣ ਗਈ, ਕਿਉਂਕਿ ਜਦੋਂ ਸੁਪਨਾ ਟੁੱਟਿਆ ਤੇ ਮਹਾਰਾਜ ਚਲੇ ਗਏ। ਫਿਰ ਮੁੜ ਕੇ ਦਦਾਰ ਨਹੀਂ ਹੋਏ। ਪਰ ਜਦੋਂ ਸੁਪਨੇ ਵਿੱਚ ਦਦਾਰ ਕੀਤੇ ਉਸ ਲਾਲ ਉਸ ਪਿਆਰੇ ਦੇ ਲੋਚਨ ਵਿਸਾਲ ਲਾਲ, ਮਹਾਰਾਜ ਦੇ ਜਿਹੜੇ ਨੇਤਰ ਵਿਸਾਲ ਚੌੜੇ ਵੱਡੇ ਨੇਤਰ ਹਨ, ਐਸੀ ਕਿਰਪਾ ਐਸਾ ਅੰਮ੍ਰਿਤ ਉਹਨਾਂ ਨੇਤਰਾਂ ਵਿੱਚੋਂ ਵਰਤਦਾ ਹੈ। ਜਿਨ੍ਹਾਂ ਵੱਲ ਵੇਖਦੇ ਨੇ ਮਹਾਰਾਜ ਉਹਨਾਂ ਨੂੰ ਨਿਹਾਲ ਕਰ ਦਿੰਦੇ, ਉਹ ਦੁੱਖਾਂ ਦੇ ਸਾਗਰ ਤੋਂ ਤਰ ਜਾਂਦਾ ਹੈ। ਐਸੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਗਰੀਬ ਨਵਾਜ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਵਿਦਾਰਿਓ। ਕਟਾਕਸ਼ ਮਾਤਰ ਜਦੋਂ ਪਿਆਰਿਆਂ ਵੱਲ ਵੇਖਦੇ ਉਹਨਾਂ ਦੇ ਸਾਰੇ ਦੁੱਖ ਨਿਵਰਤ ਕਰ ਦਿੰਦੇ ਹਨ। ਆਸ ਪਾਸ ਦਾਸ ਰਹੇ ਬਾਸ ਮੈਂ ਨਿਵਾਸ ਕਰੇ। ਮਹਾਰਾਜ ਜੀ ਜਦੋਂ ਘਰ ਦੇ ਵਿੱਚ ਨਿਵਾਸ ਕਰਦੇ, ਆਸ ਪਾਸ ਦਾਸ ਸੇਵਕ ਸੇਵਾ ਕਰਨ ਵਾਲੇ ਰਹਿੰਦੇ ਹਨ। ਰਾਖੇ ਮਾਤ ਤਰਾਸ ਨਾ ਵਿਸਾਸ ਕੋ ਪਰਤ ਹੈ। ਪਰ ਮਾਤਾ ਗੰਗਾ ਜੀ ਭੈ ਵੀ ਰੱਖਦੇ ਨੇ। ਆਪ ਜੀ ਨੇ ਉਹ ਕਥਾ ਸਰਵਣਕਾਰੀ ਲਈ ਹੈ, ਪਿੱਛੇ ਜੋ ਘਟਨਾਵਾਂ ਵਡਾਲੀ ਸਾਹਿਬ ਵਿਖੇ ਵਰਤੀਆਂ ਨੇ, ਇਸ ਕਰਕੇ ਮਾਤਾ ਗੰਗਾ ਜੀ ਮਨ ਵਿੱਚ ਭੈ ਰੱਖਦੇ ਤੇ ਕਿਸੇ ਤੇ ਵਿਸ਼ਵਾਸ ਵੀ ਨਹੀਂ ਕਰਦੇ। ਹੋਤ ਰਾਤ ਮਾਤ ਨਿਜ ਹਾਥ ਸੋ ਅਚਾਏ ਪੁਨ। ਜਦੋਂ ਰਾਤ ਹੁੰਦੀ ਮਾਤਾ ਗੰਗਾ ਜੀ ਆਪਣੇ ਹੱਥਾਂ ਨਾਲ ਮਹਾਰਾਜ ਨੂੰ ਭੋਜਨ ਛਕਾਉਂਦੇ ਹਨ। ਪਾਸਲੇ ਸੁਪਤ ਪ੍ਰਤ ਭਾਰਤ ਹੈ ਪ੍ਰੀਤ ਕਰ। ਫਿਰ ਆਰਾਮ ਕਰਨ ਦਾ ਸਮਾਂ ਆਉਂਦਾ, ਪਲੰਘ ਤੇ ਲੰਮਾ ਪੈ ਕੇ ਆਪਣੇ ਸੁਪੁੱਤਰ ਨੂੰ ਨਾਲ ਲੈ ਕੇ ਮਾਤਾ ਜੀ ਆਰਾਮ ਕਰਦੇ ਨੇ। ਇਸ ਤਰ੍ਹਾਂ ਪ੍ਰੀਤ ਦੇ ਨਾਲ ਆਪਣੇ ਪੁੱਤਰ ਦੀ ਪ੍ਰਤਪਾਲਨਾ ਕਰਦੇ ਹਨ। ਹੱਥ ਲਾਏ ਗਾਤ ਸਾਥ ਸੋਵਤ ਹੈ ਜਾਗੇ। ਕਿਸੇ ਤੇ ਭਰੋਸਾ ਨਹੀਂ, ਜਦੋਂ ਸੌਣਾ ਵੀ ਹੁੰਦਾ ਰਾਤ ਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਸਰੀਰ ਤੇ ਹੱਥ ਰੱਖਦੇ ਮਾਤਾ ਜੀ, ਕਿ ਉਹਨਾਂ ਨੂੰ ਮਹਿਸੂਸ ਹੁੰਦਾ ਰਵੇ
ਕਿ ਸਤਿਗੁਰੂ ਜੀ ਮੇਰੇ ਨਾਲ ਆਰਾਮ ਕਰ ਰਹੇ ਨੇ। ਇਹ ਮਾਤਾ ਦਾ ਪ੍ਰੇਮ ਹੁੰਦਾ ਹੈ ਆਪਣੇ ਪੁੱਤਰ ਦੇ ਪ੍ਰਤੀ, ਆਪਣੀ ਸੰਤਾਨ ਦੇ ਪ੍ਰਤੀ। ਐਸਾ ਭਾਉ ਪ੍ਰੇਮ ਮਾਤਾ ਗੰਗਾ ਜੀ ਦਾ, ਜਿਵੇਂ ਕੰਜੂਸ ਧਨ ਨੂੰ ਸੰਭਾਲ ਕੇ ਰੱਖਦਾ ਹੈ ਨਾ, ਏਦਾਂ ਮਾਤਾ ਗੰਗਾ ਜੀ ਗੁਰੂ ਹਰਗੋਬਿੰਦ ਸਾਹਿਬ ਦੀ ਪਾਲਣਾ ਕਰਦੇ, ਸਰੀਰ ਦੇ ਨਾਲ ਹੱਥ ਲਾ ਕੇ ਫਿਰ ਸੌਂਦੇ ਹਨ। ਚੰਦ ਮੁਖ ਧੋਵਤ ਦੁਲਾਰੇ ਮੋਦ ਚੀਤ ਕਰ। ਜਦੋਂ ਸਵੇਰ ਹੁੰਦੀ ਮਹਾਰਾਜ ਜੀ ਜਾਗਦੇ ਨੇ ਤੇ ਗੁਰੂ ਸਾਹਿਬ ਦਾ ਚੰਦਰਮੇ ਵਰਗਾ ਜਿਹੜਾ ਉਜਲਾ ਮੁਖ ਹੈ ਉਹਨੂੰ ਪ੍ਰੀਤ ਦੇ ਨਾਲ ਧੋਂਦੇ ਹਨ, ਮੁਖ ਨੂੰ ਇਸ਼ਨਾਨ ਕਰਾਉਂਦੇ ਹਨ। ਨਏ ਨਏ ਰੰਗਦਾਰ ਅੰਬਰ ਪਟੰਬਰ ਲੇ। ਹਰ ਰੋਜ਼ ਨਵੇਂ ਤੋਂ ਨਵੇਂ ਰੰਗਦਾਰ ਸੋਹਣੇ ਬਸਤਰ ਲੈ ਕਰਕੇ। ਅੰਗ ਮੈਂ ਸੋ ਰੰਗ ਕਬ ਸ਼ਾਮ ਕਬ ਪ੍ਰੀਤ ਕਰ। ਪ੍ਰੀਤ ਕਰਕੇ ਕਦੇ ਕਾਲੇ ਰੰਗ ਦੇ, ਕਦੇ ਪੀਲੇ ਰੰਗ ਦੇ ਬਸਤਰ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਮਾਤਾ ਜੀ ਪਹਿਨਾਉਂਦੇ ਹਨ। ਐਸੀ ਬਿਦ ਨੀਤ ਕਰ ਮਹਾ ਮਨ ਹੀਤ ਕਰ। ਇਸ ਤਰ੍ਹਾਂ ਹਰ ਰੋਜ਼ ਦੀ ਨਿਤ ਦੀ ਕਿਰਿਆ ਮਾਤਾ ਗੰਗਾ ਜੀ ਦੀ। ਏਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਹ ਪ੍ਰਤਪਾਲਨਾ ਕਰਦੇ, ਮਨ ਵਿੱਚ ਬੜਾ ਹਿਤ ਪ੍ਰੇਮ ਧਾਰਨ ਕਰਕੇ। ਉਤਸਾਹ ਰੀਤ ਕਰ ਬਸੇ ਪੁੰਨ ਥੀਤ ਕਰ। ਇਸ ਪ੍ਰਕਾਰ ਹਿਰਦੇ ਵਿੱਚ ਉਤਸ਼ਾਹ ਧਾਰਨ ਕਰਕੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਪਾਵਨ ਪਵਿੱਤਰ ਧਰਤੀ ਤੇ ਮਹਾਰਾਜ ਮਾਤਾ ਗੰਗਾ ਜੀ ਵਸਦੇ ਹਨ। ਕੀਤਕ ਬੀਤੇ ਹੈ ਮਾਸ ਬ੍ਰਿਧਤ ਪ੍ਰਕਾਸ਼ ਬੈ। ਕੁਝ ਕੁ ਮਹੀਨੇ ਬਤੀਤ ਹੋ ਗਏ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਜਿਉਂ-ਜਿਉਂ ਉਮਰਾਂ ਵੱਧਦੀ ਹੈ, ਸਰੀਰ ਜਿਹੜਾ ਉਹ ਵੱਧਦਾ ਜਾਂਦਾ ਹੈ। 3 ਸੰਮਤ ਕੇ ਸ਼੍ਰੀ ਹਰਗੋਬਿੰਦ ਚੰਦ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ 3 ਬਰਖਾਂ ਦੇ ਹੋ ਗਏ ਹਨ, ਗੰਗਾ ਕੇ ਉਮੰਗ ਮਨ ਬੋਲੀ ਸ਼ੀਰ ਗੁਰ ਕੇ ਸੰਗ। ਇੱਕ ਦਿਨ ਮਾਤਾ ਗੰਗਾ ਜੀ ਮਨ ਦੇ ਅੰਦਰ ਉਮੰਗ ਧਾਰਨ ਕਰਕੇ ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਅਰਜ ਕਰਦੇ ਹਨ। ਬਿਗਨ ਬਿਸਾਲਨ ਤੇ ਪ੍ਰਭੂ ਨੇ ਉਭਾਰਿਓ ਨੰਦ। ਸਤਿਗੁਰੂ ਜੀ ਪ੍ਰਭੂ ਨੇ ਰਹਿਮਤਾਂ ਕਰਕੇ ਅਨੇਕਾਂ ਬਿਗਨਾਂ ਤੋਂ ਸਾਡੇ ਪੁੱਤਰ ਨੂੰ ਉਭਾਰਿਆ, ਬਚਾਇਆ ਹੈ। ਬ੍ਰਹਮ ਪੂਜ ਕੀਜੇ ਆਪ ਅਧਿਕ ਪ੍ਰਤਾਪ ਹੋਏ। ਮੇਰੇ ਮਨ ਦੀ ਭਾਵਨਾ ਹੈ ਕਿ ਆਪ ਜੀ ਇੱਥੇ ਬ੍ਰਹਮ ਭੋਜ ਕਰੋ, ਗੁਰੂ ਕੇ ਲੰਗਰ ਤਿਆਰ ਕਰਕੇ ਸੰਗਤਾਂ ਨੂੰ ਛਕਾਵੋ। ਅਧਿਕ ਪ੍ਰਤਾਪ ਹੋਏ। ਇਹਦੇ ਨਾਲ ਅਧਿਕ ਬਹੁਤਾ ਪ੍ਰਤਾਪ ਹੋਵੇਗਾ। ਜੇਨ ਕੇਨ ਦੀਜੀਏ ਆਹਾਰ ਵੈ ਆਨੰਦ ਕੰਦ। ਸੋ ਹਰ ਪ੍ਰਕਾਰ ਦੇ ਹਰ ਵਰਗ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਆਪ ਜੀ ਲੰਗਰ ਛਕਾਣਾ ਕਰੋ। ਆਪ ਜੀ ਆਨੰਦ ਦਾ ਮੂਲ ਹੋ ਮਹਾਰਾਜ, ਸਭਨਾ ਤੇ ਕਿਰਪਾ ਕਰਦੇ ਹੋ। ਮੇਰੀ ਇਹ ਬੇਨਤੀ ਹੈ ਕਿ ਆਪ ਜੀ ਬ੍ਰਹਮ ਭੋਜ ਕਰਨਾ ਕਰੋ। ਖਾਏ ਹਰ ਖਾਵੇਂ ਦੇਖ ਆਸ਼ਿਕ ਅਲਾਵੇਂ। ਜਦੋਂ ਸੰਗਤ ਆ ਕੇ ਲੰਗਰ ਛਕੇਗੀ, ਲੰਗਰ ਛਕ ਕੇ ਉਹ ਪ੍ਰਸੰਨ ਹੋਵਣਗੇ ਤੇ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਸਾਂ ਦੇਵਣਗੇ। ਬਹੁ ਜਸ ਬਿਥਰਾਵੇਂਗੇ ਬਿਲੰਦ ਹੀ ਨਿਕੰਦ ਦੁੰਦ। ਇਸ ਤਰ੍ਹਾਂ 4 ਫੇਰ ਨੂੰ ਨਾਸ਼ ਕਰਨ ਸਾਡਾ ਜਸ ਫੈਲਾਵਣਗੇ। ਜਿੱਥੇ ਜਿੱਥੇ ਸੰਗਤ ਜਾਵੇਗੀ ਆਪ ਜੀ ਦਾ ਜਸ ਹੋਵੇਗਾ। ਇਹ ਮੇਰੇ ਮਨ ਦੀ ਭਾਵਨਾ ਹੈ। ਕਿਰਪਾ ਕਰੋ ਮਹਾਰਾਜ ਜੀ, ਬ੍ਰਹਮ ਭੋਜ ਕਰੋ। ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਮਹਾਰਾਜ ਸਤਿਗੁਰੂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਤੋ ਮਹਾਰਾਜ ਨੇ ਬ੍ਰਹਮ ਭੋਜ ਕੀਤਾ। ਇਹ ਪ੍ਰਕਰਨ ਪ੍ਰਸੰਗ ਆਪ ਜੀ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਕਰਨੀ ਜੀ। ਵਿਸਰ ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ, ਨਾਹੀਂ ਦਾਤਾਰ, ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾ ਦਿਨ ਰਾਤ, ਗੁਣ ਗਾਵਾ ਦਿਨ ਰਾਤ, ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ
ਚਾਓਏ ਓ ਨਾਨਕ ਚਾਓਏ ਓ ਵਾਹਿਗੁਰੂ 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 ਹੇ ਅਚੁਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ ਹੇ ਸੰਗੀ ਹੈ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਬਿੰਦ ਹੈ ਗੁਣ ਨਿਧਾਨ ਜਾਂ ਕੇ ਸਦਾ ਬਬੀਕ ਹੇ ਅਪਰੰਪਰ ਹਰ ਹਰੇ ਹੈ ਪੀਓ ਵਣਹਾਰ ਹੇ ਸੰਤਾ ਕੈ ਸਦਾ ਸੰਗ ਨਿਧਾਰਾ ਆਧਾਰ ਹੇ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਆਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।